ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ ਹੈ, ਇਸ ਲਈ ਉਹਨਾਂ ਦੇ ਜੀਵਨ 'ਤੇ ਅੱਜ ਵਿਚਾਰ ਹੋਵੇਗੀ। 1621 ਈਸਵੀ ਨੂੰ 1621 ਈਸਵੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ 6ਵੇਂ ਪਾਤਸ਼ਾਹ ਦੇ ਘਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। 6ਵੇਂ ਪਾਤਸ਼ਾਹ ਦੇ 5 ਸਾਹਿਬਜ਼ਾਦੇ ਤੇ ਇੱਕ ਸਪੁੱਤਰੀ ਸੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸਭ ਤੋਂ ਛੋਟੇ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ 6ਵੇਂ ਪਾਤਸ਼ਾਹ ਨੂੰ ਕਰਾਏ ਗਏ ਤਾਂ 6ਵੇਂ ਪਾਤਸ਼ਾਹ ਨੇ ਚਿਹਰਾ ਵੇਖਦੇ ਹੀ ਕਿਹਾ ਕਿ ਮੇਰਾ ਇਹ ਪੁੱਤਰ ਬਹੁਤ ਵੱਡਾ ਸੰਤ ਹੋਵੇਗਾ, ਬੜਾ ਮਹਾਬਲੀ ਸੂਰਮਾ ਹੋਵੇਗਾ ਅਤੇ ਹਿੰਦੂ ਧਰਮ ਦਾ ਰੱਖਿਅਕ ਹੋਵੇਗਾ। ਕਿਉਂਕਿ ਸਭ ਕੁਝ ਮੱਥੇ 'ਤੇ ਵੀ ਲਿਖਿਆ ਹੁੰਦਾ ਹੈ, ਹੱਥਾਂ 'ਤੇ ਵੀ ਲਿਖਿਆ ਹੁੰਦਾ ਹੈ, ਪੈਰਾਂ 'ਤੇ ਵੀ ਲਿਖਿਆ ਹੁੰਦਾ ਹੈ। ਸੋ ਹੱਥਾਂ ਨੂੰ ਵੇਖ ਕੇ ਵੀ ਦੱਸਿਆ ਜਾ ਸਕਦਾ ਹੈ ਇਹ ਕੀ ਬਣੇਗਾ। ਕੁਝ ਪੈਰਾਂ 'ਤੇ ਚਿੰਨ੍ਹ ਹੁੰਦੇ ਨੇ ਜਿਹਨੂੰ ਵੇਖ ਕੇ ਦੱਸਿਆ ਜਾਏ ਵੱਡਾ ਕਿ ਕੀ ਬਣੇਗਾ। ਮੱਥੇ 'ਤੇ ਵੀ ਲਿਖਿਆ ਹੁੰਦਾ ਹੈ ਕਿ ਕੀ ਬਣੇਗਾ। ਸੋ ਭਵਿੱਖਬਾਣੀ ਕੀਤੀ ਹੈ ਕਿ ਮੇਰਾ ਇਹ ਪੁੱਤਰ ਭਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਹੁਤ ਵੱਡੇ ਸੰਤ ਹੋਣਗੇ, ਮਹਾਬਲੀ ਸੂਰਮੇ ਹੋਣਗੇ ਅਤੇ ਹਿੰਦੂ ਧਰਮ ਦੇ ਰੱਖਿਅਕ ਹੋਣਗੇ। ਪੁਰਾਣੇ ਜ਼ਮਾਨੇ ਦੇ ਵਿੱਚ ਸ਼ਾਦੀਆਂ ਛੇਤੀ ਹੋ ਜਾਇਆ ਕਰਦੀਆਂ ਸਨ। ਮਕਲਾਵਾ ਉਦੋਂ ਦਿੱਤਾ ਜਾਂਦਾ ਸੀ ਜਦੋਂ ਬੱਚਾ ਬੱਚੀ ਦੋਨੋਂ ਜਵਾਨ ਹੋ ਜਾਇਆ ਕਰਦੇ ਸਨ। 1629 ਈਸਵੀ 'ਚ ਭਾਵ 8 ਸਾਲ ਦੀ ਉਮਰ ਦੇ ਵਿੱਚ ਆਪ ਜੀ ਦੀ ਸ਼ਾਦੀ ਬੀਬੀ ਗੁਜਰੀ ਜੀ ਨਾਲ ਹੋ ਗਈ, ਜਿਹੜੇ ਬਾਅਦ ਦੇ ਜਦੋਂ 1699 ਈਸਵੀ 'ਚ ਅੰਮ੍ਰਿਤ ਛਕਿਆ। ਫਿਰ ਬੀਬੀ ਗੁਜਰੀ ਜੀ ਬੀਬੀ ਗੁਜਰ ਕੌਰ ਜੀ, ਮਾਤਾ ਗੁਜਰ ਕੌਰ ਜੀ ਹੋ ਗਈ। ਕੌਰ ਉਹਨਾਂ ਦੇ ਨਾਲ ਉਦੋਂ ਬਾਅਦ 'ਚ ਲੱਗਾ ਹੈ। ਸੋ ਬੀਬੀ ਗੁਜਰੀ ਜੀ ਨਾਲ 1629 ਈਸਵੀ 'ਚ ਆਪ ਜੀ ਦੀ ਸ਼ਾਦੀ ਹੋ ਗਈ। ਜਿਵੇਂ ਉਹਨਾਂ ਕਿਹਾ ਸੀ ਬਹੁਤ ਬਲੀ ਸੂਰਮਾ ਹੋਵੇਗਾ। ਜਦੋਂ ਕਰਤਾਰਪੁਰ ਦਾ ਯੁੱਧ 6ਵੇਂ ਪਾਤਸ਼ਾਹ ਦਾ ਮੁਗਲਾਂ ਨਾਲ ਹੋਇਆ ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ ਤੇਗ ਦੇ ਜਿਹਨੂੰ ਤਲਵਾਰ ਵੀ ਕਹਿੰਦੇ ਨੇ, ਤਲਵਾਰ 'ਤੇ ਬਹੁਤ ਜ਼ੋਹਰ ਵਿਖਾਏ ਅਤੇ ਗੁਰੂ ਮਹਾਰਾਜ ਕਹਿੰਦੇ ਤੂੰ ਤਾਂ ਆਪਣੇ ਨਾਮ ਦੇ ਅਨੁਸਾਰ ਹੀ ਹੈ। ਨਾਮ ਸੀ ਤੇਗ ਬਹਾਦਰ, ਵੀ ਵਾਕਈ ਤੂੰ ਤੇਗ ਦਾ ਬਲੀ ਹੈ, ਤੂੰ ਬਹਾਦਰ। 1644 ਸਨ ਆ ਗਿਆ, 6ਵੇਂ ਪਾਤਸ਼ਾਹ ਦਾ ਅੰਤਮ ਸਮਾਂ ਆ ਗਿਆ ਹੈ। ਸੋ 6ਵੇਂ ਪਾਤਸ਼ਾਹ ਨੇ ਆਪਣੇ ਸਭ ਤੋਂ ਵੱਡੇ ਸਪੁੱਤਰ ਗੁਰਦਿੱਤਾ ਜੀ ਦੇ ਸਪੁੱਤਰ ਨੂੰ ਹਰ ਰਾਏ ਜੀ ਨੂੰ ਗੁਰੂ ਬਣਾ ਦਿੱਤਾ ਹੈ। 6ਵੇਂ ਪਾਤਸ਼ਾਹ ਦੇ ਮਹਿਲ ਬੇਬੇ ਨਾਨਕੀ ਜੀ, ਉਹਨਾਂ ਦੇ ਜਿਹੜਾ ਪੇਕਾ ਪਿੰਡ ਸੀ ਉਹ ਬਾਬਾ ਬਕਾਲਾ ਸੀ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਲੈ ਕੇ ਆਪਣੇ ਪੇਕੇ ਪਿੰਡ ਆ ਗਏ। ਇੱਥੇ 1644 ਤੋਂ ਰਹਿਣਾ ਸ਼ੁਰੂ ਕਰ ਦਿੱਤਾ ਬਾਬਾ ਬਕਾਲੇ। ਇੰਨੇ ਪਹਿਲਾਂ ਬਕਾਲਾ ਸੀ ਨਾ ਪਿੰਡ ਦਾ, ਫਿਰ ਜਦੋਂ ਕਿਸੇ ਗੁਰੂ ਦੇ ਨਾਲ ਜੁੜ ਜਾਂਦਾ ਫਿਰ ਅੱਗੇ ਬਾਬਾ ਲੱਗ ਜਾਂਦਾ ਸ਼ਬਦ।
ਕਈ ਥਾਵਾਂ ਨਾਲ ਸਾਹਿਬ ਲੱਗ ਜਾਂਦਾ। ਜਿਵੇਂ ਗੁਰਦੁਆਰਾ ਦੂਖ ਨਿਵਾਰਨ ਹੈ, ਸਤਿਕਾਰ ਨਾਲ ਸਾਹਿਬ ਲੱਗ ਜਾਂਦਾ। ਇਸ ਤਰ੍ਹਾਂ ਉੱਥੇ ਆਪ ਜੀ ਨੇ ਇੱਕ ਭੋਰਾ ਖੁਦਵਾ ਲਿਆ ਹੈ ਅਤੇ ਭੋਰੇ ਵਿੱਚ ਬੈਠ ਕੇ ਭਜਨ ਬੰਦਗੀ ਕਰਦੇ ਰਹਿੰਦੇ ਨੇ। ਆਮ ਲੋਕਾਂ ਨੂੰ ਬਹੁਤ ਘੱਟ ਮਿਲਦੇ ਨੇ, ਇਸ ਲਈ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਕੋਈ ਸੰਤ ਮਹਾਤਮਾ ਰਹਿੰਦਾ। ਸਿਰਫ ਤੇਗਾ ਤੇਗਾ ਕਰਕੇ ਲੋਕ ਜਾਣਦੇ ਸਨ। 20 ਸਾਲ ਭੋਰੇ 'ਚ ਬੈਠ ਕੇ ਭਜਨ ਬੰਦਗੀ ਕਰਦੇ ਰਹੇ। ਵੈਸੇ ਤਾਂ ਉੱਥੇ ਲਿਖਿਆ 26 ਸਾਲ 9 ਮਹੀਨੇ ਕੋਈ ਦਿਨ ਇਸ ਤਰ੍ਹਾਂ ਲਿਖਿਆ ਹੋਇਆ ਹੈ, ਪਰ ਜਿਹੜਾ ਮੈਂ ਇੰਡੀਅਨ ਹਿਸਟਰੀ ਪੜ੍ਹੀ ਜਦੋਂ, ਫਿਰ ਪਤਾ ਲੱਗਾ ਵੀ 1644 ਈਸਵੀ ਦੇ ਵਿੱਚ 6ਵੇਂ ਪਾਤਸ਼ਾਹ ਨੇ ਸਰੀਰ ਤਿਆਗਿਆ ਹੈ। ਉਦੋਂ ਬਾਅਦ ਫਿਰ ਇਹ ਆਪਣੇ ਨਾਨਕੇ ਪਿੰਡ ਗਏ ਨੇ ਅਤੇ 1664 ਈਸਵੀ ਦੇ ਵਿੱਚ ਜਦੋਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਸਰੀਰ ਤਿਆਗਣਾ ਸੀ ਤਾਂ ਸਿੱਖਾਂ ਨੇ ਪੁੱਛਿਆ ਵੀ ਸਾਨੂੰ ਕਿਹਦੇ ਲੜ ਲਾ ਚੱਲੇ ਹੋ, ਅਤੇ ਉਹਨਾਂ ਨੇ 5 ਪੈਸੇ ਅਤੇ ਨਾਰੀਅਲ ਲੈ ਕੇ, ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਚੜ੍ਹਿਆ ਹੋਇਆ ਸੀ, ਕਿਉਂਕਿ ਚੇਚਕ ਉਹਨਾਂ ਨੂੰ ਹੋ ਗਈ ਸੀ, ਇਸ ਲਈ ਉੱਠ ਕੇ ਪਰਿਕਰਮਾ ਕਰਨ ਵਾਲੇ ਜੋਗੇ ਨਹੀਂ ਸਨ। ਉਹਨਾਂ ਨੇ ਲੇਟਿਆਂ ਲੇਟੇ 5 ਪੈਸੇ ਨਾਰੀਅਲ ਹੱਥ 'ਚ ਫੜ ਕੇ 3 ਵਾਰ ਘੁਮਾਇਆ ਅਤੇ ਕਿਹਾ ਅਗਲਾ ਗੁਰੂ ਬਾਬਾ ਬਕਾਲੇ, ਬਸ ਇਹਨੇ ਕਿਹਾ, ਨਾਮ ਨਹੀਂ ਕੋਈ ਲਿਆ। ਜਦੋਂ ਬੇਦੀਆਂ ਨੂੰ, ਤ੍ਰਿਹਨਾਂ ਨੂੰ, ਭੱਲਿਆਂ ਨੂੰ, ਸੋਢੀਆਂ ਨੂੰ ਪਤਾ ਲੱਗਾ, ਉਹ ਤਾਂ ਸਾਰੇ ਉੱਥੇ ਮੰਜੀਆਂ ਡਾਹ ਕੇ ਬਹਿ ਗਏ। ਉਹ ਕਹਿੰਦਾ ਮੈਂ ਵੀ ਗੁਰੂ, ਉਹ ਕਹਿੰਦਾ ਮੈਂ ਵੀ ਗੁਰੂ, 22 ਬਣ ਬੈਠੇ। ਹੁਣ ਹਰ ਇੱਕ ਬੰਦੇ ਨੂੰ ਪਤਾ ਹੈ ਵੀ ਕਿਸੇ ਕੌਮ ਦਾ ਇੱਕ ਸਮੇਂ ਇੱਕੋ ਹੀ ਗੁਰੂ ਹੁੰਦਾ ਹੈ। ਹੁਣ ਜਿਵੇਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਹੋਰ ਸਾਡਾ ਕੋਈ ਗੁਰੂ ਇਸ ਸਮੇਂ ਨਹੀਂ ਹੋ ਸਕਦਾ ਕੌਮ ਦਾ। ਉੱਥੇ ਹੁਣ 22 ਬਹਿ ਗਏ ਨੇ। ਲੋਕ ਵਿਚਾਰੇ ਸਮਝ ਨਹੀਂ ਸਕਦੇ ਵੀ ਇਹਨਾਂ 'ਚ ਅਸਲੀ ਕੌਣ ਹੈ, ਕਿਉਂਕਿ ਸਾਰਿਆਂ ਨੇ ਮਸੰਦ ਰੱਖੇ ਹੋਏ ਸਨ, ਉਹ ਪ੍ਰਚਾਰ ਕਰਦੇ ਰਹਿੰਦੇ ਸਨ। ਜਿਵੇਂ ਹਰ ਇੱਕ ਲੀਡਰ ਨੇ ਚਮਚੇ ਰੱਖੇ ਹੁੰਦੇ ਨੇ, ਭਾਵੇਂ ਲੀਡਰ ਗਲਤ ਹੀ ਹੈ, ਚਮਚਿਆਂ ਨੇ ਠੀਕ ਠੀਕ ਕਹੀ ਜਾਣਾ ਹੁੰਦਾ ਹੈ। ਉਹ ਕਹਿੰਦੇ ਸਾਡੇ ਵਾਲਾ ਅਸਲੀ ਗੁਰੂ ਹੈ, ਦੂਜਾ ਕਹਿੰਦਾ ਸਾਡੇ ਵਾਲਾ ਅਸਲੀ ਹੈ, ਤੀਜਾ ਕਹਿੰਦਾ ਸਾਡੇ ਵਾਲਾ ਅਸਲੀ ਹੈ। ਕਈ ਮਹੀਨੇ ਲੰਘ ਗਏ, ਸੰਗਤ ਨੂੰ ਸਮਝ ਨਹੀਂ ਆ ਰਹੀ ਵੀ ਗੁਰੂ ਮਹਾਰਾਜ ਕਿਸ ਨੂੰ ਗੁਰਗੱਦੀ ਦੇ ਕੇ ਗਏ। ਧੀਰ ਮੱਲ ਕੋਲੇ ਗੁਰੂ ਗ੍ਰੰਥ ਸਾਹਿਬ ਸੀ, ਉਹ ਗੁਰੂ ਗ੍ਰੰਥ ਸਾਹਿਬ ਲੈ ਕੇ ਆ ਗਿਆ ਵੀ ਹਾਂ ਜੀ ਅਸਲੀ ਗੁਰੂ ਤਾਂ ਮੈਂ ਹੀ ਹਾਂ। ਖੈਰ ਹੁਣ ਪਰਮਾਤਮਾ ਨੇ ਕੋਈ ਬਿਧ ਤਾਂ ਬਣਾਉਣੀ ਸੀ ਨਾ। ਬਿਧ ਇਹ ਬਣੀ ਕਿ ਮੱਖਣ ਸ਼ਾਹ ਲਵਾਣਾ ਬੜਾ ਪ੍ਰਸਿੱਧ ਵਪਾਰੀ ਸੀ। ਇੰਟਰਨੈਸ਼ਨਲ ਵਪਾਰੀ ਉਹ ਹੁੰਦੇ ਨੇ ਜਿਹੜੇ ਦੂਜੇ ਦੇਸ਼ਾਂ ਨਾਲ ਵੀ ਵਪਾਰ ਕਰਦੇ ਹਨ। ਉਹ ਦੂਜੇ ਦੇਸ਼ਾਂ ਨਾਲ ਵਪਾਰ ਕਰਿਆ ਕਰਦਾ ਹੈ। ਸਮੁੰਦਰੀ ਜਹਾਜ਼ ਅੱਜ ਦੀ ਤਰ੍ਹਾਂ ਇੰਨੇ ਵਧੀਆ ਸਮੁੰਦਰੀ ਜਹਾਜ਼ ਉਦੋਂ ਨਹੀਂ ਸਨ ਹੁੰਦੇ, ਪਰ ਉਸ ਵੇਲੇ ਜੋ ਵੀ ਸਨ, ਸਮੁੰਦਰੀ ਜਹਾਜ਼ 'ਤੇ ਦੂਜੇ ਦੇਸ਼ ਦੇ ਵਿੱਚ ਸਮਾਨ ਲੱਦ ਕੇ ਲਿਆ ਰਿਹਾ ਭਾਰਤ ਵੇਚਣ ਲਈ, ਉਹ ਰਾਹ ਦੇ ਵਿੱਚ ਖੁੱਭ ਗਿਆ ਹੈ। ਨਾ ਅੱਗੇ ਹੁੰਦਾ ਨਾ ਪਿੱਛੇ ਹੁੰਦਾ। ਬੜਾ ਜ਼ੋਰ ਲਾਇਆ, ਨਹੀਂ ਕੋਈ ਗੱਲ ਬਣਦੀ। ਇਹ ਬੰਦੇ ਦੀ ਹਮੇਸ਼ਾ ਆਦਤ ਹੈ, ਪਹਿਲਾਂ ਵਿੱਚ ਹੌਂਚ ਆਉਂਦਾ ਹੈ, ਆਪਣੇ ਵੱਲੋਂ ਸਾਰਾ ਜ਼ੋਰ ਲਾਉਂਦਾ, ਸਾਰੀਆਂ ਵਿਧਾਂ ਬਣਾਉਂਦਾ ਹੈ। ਜਦੋਂ ਕੋਈ ਪੇਸ਼ ਨਹੀਂ ਜਾਂਦੀ, ਫਿਰ ਇਹ ਗੁਰੂ ਜਾਂ ਪਰਮਾਤਮਾ ਦਾ ਓਟ ਆਸਰਾ ਲੈਂਦਾ।
ਧਰਮ ਸਮਝਾਉਂਦਾ ਤੂੰ ਪਹਿਲਾਂ ਹੀ ਓਟ ਆਸਰਾ ਲੈ ਲਾ, ਕਾਨੂੰ ਮੈਂ ਔਖਾ ਹੀ ਹੈ ਨਾ। ਪਰ ਨਹੀਂ, ਸਾਡੇ ਤਾਂ ਹੋਂਦ ਦੀ ਹੈ ਨਾ। ਜਦੋਂ ਹੋਂ ਹੋਏਗੀ ਤਾਂ ਬੰਦਾ ਆਪਣਾ ਜ਼ੋਰ ਪਹਿਲਾਂ ਲਾਵੇਗਾ। ਜਦੋਂ ਬੇਵੱਸ ਹੋ ਜਾਂਦਾ ਫਿਰ ਕਿਸੇ ਨੂੰ ਕਹਿੰਦਾ। ਜਦੋਂ ਜਹਾਜ਼ ਦੇ ਮਕੈਨਿਕਾਂ ਤੋਂ, ਅਮਲੇ ਫੈਲੇ ਤੋਂ ਨਹੀਂ ਚੱਲਿਆ, ਉਹ ਬਰੇਤੀ ਦੇ ਵਿੱਚੋਂ ਨਹੀਂ ਨਿਕਲਿਆ ਬਾਹਰ, ਫਿਰ ਉਹਨੂੰ ਹੁਣ ਪੁਰਾਣੇ ਜ਼ਮਾਨੇ 'ਚ ਨਾ ਤਾਂ ਅਖਬਾਰਾਂ ਸਨ, ਨਾ ਕੋਈ ਰੇਡੀਓ, ਨਾ ਕੋਈ ਟੀਵੀ। ਕਈ ਸਾਲਾਂ ਬਾਅਦ ਲੋਕ ਗੁਰੂ ਨੂੰ ਦੁਬਾਰਾ ਮਿਲਣ, ਦਰਸ਼ਨ ਕਰਨ ਜਾਇਆ ਕਰਦੇ ਸਨ। ਮੱਖਣ ਸ਼ਾਹ ਲਵਾਣੇ ਨੂੰ ਬਹੁਤ ਦੇਰ ਹੋ ਗਈ ਸੀ ਪ੍ਰਦੇਸ਼ ਵੱਲ ਨੂੰ ਆਇਆ। ਉਹਨੂੰ ਪਤਾ ਹੀ ਨਹੀਂ ਸੀ ਕਿ ਹੁਣ ਸਾਡਾ ਗੁਰੂ ਕੌਣ ਹੈ। ਉਹਨੇ ਗੁਰੂ ਨਾਨਕ ਦੀ ਗੱਦੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ, ਮੇਰਾ ਬੇੜਾ ਸਹੀ ਸਲਾਮਤ ਕੰਢੇ ਲੱਗ ਜਾਵੇ। ਮੈਂ ਸਮਾਨ ਵੇਚ ਕੇ 500 ਮੋਹਰਾਂ ਤੁਹਾਨੂੰ ਭੇਟ ਕਰਾਂਗਾ। ਪੁਰਾਤਨ ਸਿੱਖ ਸਨ, ਬੜੇ ਵਧੀਆ ਜੀਵਨ ਹੁੰਦੇ ਸਨ, ਉਹ ਜਨ ਹੁੰਦੇ ਸਨ। ਅਤੇ ਗੁਰਬਾਣੀ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਰਦਾਸ ਸੁਣੀ ਗਈ, ਬੇੜਾ ਕੰਢੇ ਲੱਗ ਗਿਆ ਹੈ। ਆਪਣਾ ਸੌਦਾ ਵੇਚ ਕੇ ਵਿਹਲਾ ਹੋਇਆ। ਪੁੱਛਿਆ ਕਿ ਗੁਰੂ ਮਹਾਰਾਜ ਕਿੱਥੇ ਰਹਿੰਦੇ ਨੇ। ਦਿੱਲੀ ਦੇ ਸਿੱਖਾਂ ਨੇ ਦੱਸਿਆ ਕਿ 8ਵੇਂ ਪਾਤਸ਼ਾਹ ਸਰੀਰ ਤਿਆਗਣ ਵੇਲੇ ਸਿਰਫ ਇੰਨਾ ਕਹਿ ਗਏ ਸਨ, ਬਾਬਾ ਬਕਾਲੇ। ਬਸ ਉਹਨਾਂ ਨਾਂ ਨਹੀਂ ਕਿਸੇ ਦਾ ਲਿਆ। ਤੁਸੀਂ ਬਕਾਲੇ ਚਲੇ ਜਾਓ, ਉੱਥੇ ਤੁਹਾਨੂੰ ਪਤਾ ਲੱਗ ਜਾਏਗਾ। ਇਸ ਲਈ ਆਪ ਜੀ ਆਪਣੇ ਬੰਦਿਆਂ ਨੂੰ ਨਾਲ ਲੈ ਕੇ, ਕਿਉਂਕਿ ਵੀਰ ਆਦਮੀ ਰਹਿੰਦਾ, ਇਕੱਲਾ ਨਹੀਂ ਜਾਇਆ ਕਰਦਾ ਕਿਤੇ। ਜਿਵੇਂ ਲੀਡਰਾਂ ਦੇ ਨਾਲ ਹਮੇਸ਼ਾ ਕੁਝ ਨਾ ਕੁਝ ਬੰਦੇ ਹੁੰਦੇ ਨੇ, ਪੁਲੀਸ ਵਾਲਿਆਂ ਦੇ ਨਾਲ ਵੀ ਕੁਝ ਹੁੰਦੇ ਨੇ, ਇਸ ਤਰ੍ਹਾਂ ਵੀਰਾਂ ਦੇ ਨਾਲ ਵੀ ਹੁੰਦੇ ਨੇ, ਧਾਰਮਿਕ ਬੰਦਿਆਂ ਦੇ ਵੀ ਨਾਲ ਹੁੰਦੇ ਨੇ। ਕੁਝ ਬੰਦੇ ਲਏ, ਬਾਬਾ ਬਕਾਲੇ ਪਹੁੰਚੇ। ਦੇਖਿਆ ਵੀ ਇੱਥੇ ਦੇ ਬਾਈ ਬੈਠੇ ਨੇ। ਹਰ ਘਰ ਵਪਾਰੀ ਸੀ। ਵਪਾਰੀ ਸਿਆਣੇ ਹੁੰਦੇ ਲੋਕ। ਉਹਨੇ ਸੋਚਿਆ ਵੀ 22 ਤੇ ਨਹੀਂ ਹੋ ਸਕਦੇ, ਇਹਨਾਂ 'ਚ 21 ਤੇ ਜ਼ਰੂਰ ਝੂਠੇ ਹੋਣਗੇ। ਵੀ ਗੁਰੂ ਤੇ ਇੱਕ ਸਮੇਂ ਇੱਕੋ ਹੀ ਹੁੰਦਾ ਵੀ ਚਲੋ ਇਹਨਾਂ ਨੂੰ ਕੀ ਪਤਾ ਵੀ ਮੈਂ ਕੀ ਸੁੱਖਿਆ। ਕਹਿੰਦਾ ਮੈਂ ਦੇਖਦਾ, ਮਨ ਸੋਚਦਾ ਮੈਂ 2-2 ਮੋਹਰਾਂ ਰੱਖ ਕੇ ਮੱਥਾ ਟੇਕੀ ਜਾਂਦਾ। ਜੇ ਇਹਨਾਂ 'ਚ ਕੋਈ ਅਸਲੀ ਹੋਇਆ ਤਾਂ ਆਪੇ 500 ਮੰਗ ਲਏਗਾ। ਵੀ ਮੇਰੇ ਤੋਂ ਬਿਨਾਂ ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਮੈਂ ਕੀ ਸੁੱਖਿਆ। 2-2 ਮੋਹਰਾਂ ਧਰ ਕੇ ਮੱਥਾ ਟੇਕਣਾ ਸ਼ੁਰੂ ਕਰਤਾ। ਸਾਰੇ ਅਸੀਸਾਂ ਦੇਈ ਜਾਂਦੇ ਨੇ, ਤੇਰੇ ਕਾਰੋਬਾਰ 'ਚ ਵਾਧਾ ਹੋਵੇ, ਤੇਰੀ ਲੰਮੀ ਉਮਰ ਹੋਵੇ, ਤੇਰੇ ਬੱਚੇ ਜਿਉਣ, ਤੇਰੇ ਫਲਾਣਾ ਹੁਣ, ਜਿਵੇਂ ਅਸੀਸਾਂ ਦਿੰਦੇ। 22 ਦੇ 22 ਨੂੰ ਮੱਥਾ ਟੇਕਿਆ। ਉਹਨੇ ਕਿਹਾ ਵੀ ਨਹੀਂ, ਇਹ ਸਾਰੇ ਝੂਠੇ ਨੇ, ਇਹ 'ਚ ਕੋਈ ਅਸਲੀ ਨਹੀਂ। ਜੇ ਅਸਲੀ ਹੁੰਦਾ ਉਹ ਜਾਣੀ ਜਾਣ ਹੁੰਦਾ, ਅਸਲੀ ਹੁੰਦਾ ਤਾਂ ਜਾਣੀ ਜਾਣ ਹੁੰਦਾ। ਅਤੇ ਜਾਣੀ ਜਾਣ ਹੁੰਦਾ ਤਾਂ ਉਹਨੇ ਕਹਿਣਾ ਸੀ ਮੱਖਣ ਸ਼ਾਹ ਵੀ ਕੀ ਗੱਲ 500 ਸੌ ਕੇ 2 ਹੀ ਮੱਥਾ ਟੇਕ ਰਹੇ। ਵੀ ਨਹੀਂ, ਲੋਕਾਂ ਨੂੰ ਪੁੱਛਦਾ ਕੋਈ ਤੇ ਹੋਰ ਵੀ ਸੰਤ ਮਹਾਤਮਾ ਹੈ। ਕਹਿੰਦੇ ਹਾਂ ਜੀ, ਇੱਕ ਤੇਗਾ ਹੈ, ਉਹ ਭੋਰੇ 'ਚ ਹੀ ਰਹਿੰਦਾ ਹੈ। ਕਹਿੰਦੇ ਭਾਈ ਮੈਨੂੰ ਦੱਸ ਦਿਓ ਉਹਨਾਂ ਦੇ ਘਰ ਦਾ। ਹੁਣ ਦੱਸਦਾ ਵੀ ਉਹ ਉਹਨਾਂ ਦਾ ਘਰ ਹੈ। ਮਾਤਾ ਗੁਜਰ ਕੌਰ ਜੀ ਬਾਹਰ ਡਿਊਟੀ 'ਤੇ ਬੈਠੇ ਨੇ, ਭੋਰੇ ਦੇ ਬਾਹਰ ਆਇਆ, ਨਮਸਕਾਰ ਕੀਤੀ, ਜੋ ਵੀ ਕਰਨਾ ਸੀ ਪੁੱਛਿਆ ਵੀ ਇੱਥੇ ਕੌਣ ਰਹਿੰਦੇ ਨੇ ਜੀ। ਉਹਨਾਂ ਦੱਸਿਆ ਵੀ ਇੱਥੇ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਤੇਗ ਬਹਾਦਰ ਰਹਿੰਦੇ ਨੇ। ਕਹਿ ਜੀ ਉਹਨਾਂ ਨੂੰ ਮੇਰੇ ਲੋ ਬੇਨਤੀ ਕਰੋ ਵੀ ਮੱਖਣ ਸ਼ਾਹ ਲਵਾਣਾ ਆਇਆ ਦਿੱਲੀ ਤੋਂ, ਵੀ ਮੈਂ ਉਹਨਾਂ ਨੂੰ ਮਿਲਣਾ ਹੈ। ਉਹਨਾਂ ਜਾ ਕੇ ਹੇਠਾਂ ਕਿਹਾ ਜੀ ਕੋਈ ਮੱਖਣ ਸ਼ਾਹ ਲਵਾਣਾ ਵਪਾਰੀ ਹੈ ਦਿੱਲੀ ਦਾ,
ਉਹ ਤੁਹਾਨੂੰ ਮਿਲਣਾ ਹੈ। ਗੁਰੂ ਮਹਾਰਾਜ ਦੇ ਪਤੇ ਸੀ, ਕਹਿੰਦੇ ਹੇਠਾਂ ਭੇਜ ਦਿਓ। ਮੈਂ ਦੇਖਿਆ, ਮੈਂ ਜਦ 1974 'ਚ ਗਿਆ ਪਹਿਲੀ ਵਾਰ ਬਾਬਾ ਬਕਾਲੇ, ਉਹ ਮੈਂ ਭੋਰੇ 'ਚ ਉਤਰ ਕੇ ਵੇਖਿਆ, ਉਹ ਤਾਂ 5 ਫੁੱਟ ਲੰਮਾ ਹੈ, 5 ਫੁੱਟ ਚੌੜਾ ਹੈ, ਲੱਤਾਂ ਤੋਂ ਨਸਾਲ ਕੇ ਪੈ ਹੀ ਨਹੀਂ ਹੁੰਦਾ। ਵੀ ਗੁਰੂ ਮਹਾਰਾਜ 20 ਸਾਲ ਉਸ ਭੋਰੇ 'ਚ ਰਹੇ ਹੈ, ਵੀ ਉਹਨਾਂ ਤਾਂ ਲੱਤਾਂ ਨਸਾਲ ਕੇ ਨਹੀਂ ਵੇਖੀਆਂ 20 ਸਾਲਾਂ ਦੀ, ਕਿ ਉਹ ਤਾਂ ਲੱਤਾਂ ਸਿੱਧੀਆਂ ਹੁੰਦੀਆਂ। ਉਹਦੇ ਕੋਲ 5 ਫੁੱਟ ਦਾ ਹੈ। ਖੈਰ, ਉਹਨੇ ਉਸੇ ਤਰ੍ਹਾਂ ਕੀਤਾ, 2 ਮੋਹਰਾਂ ਨਾਲ ਮੱਥਾ ਟੇਕਦਾ। ਗੁਰੂ ਮਹਾਰਾਜ ਕਹਿੰਦੇ, ਮੱਖਣ ਸ਼ਾਹ ਜੀ, ਸਾਨੂੰ ਮਾਇਆ ਦੀ ਤਾਂ ਕੋਈ ਭੁੱਖ ਨਹੀਂ ਹੈ, ਪਰ ਤੁਸੀਂ 500 ਮੋਹਰਾਂ ਸੁੱਖੀਆਂ ਸੀ ਅਤੇ ਹੁਣ ਸਿਰਫ 2 ਨਾਲ ਹੀ ਸਾਰ ਰਹੇ ਹੋ ਗਿਆ ਗਿਆਨ ਵੀ ਆਹੀ ਅਸਲੀ ਹੈ। ਪੁਰਾਣੇ ਜ਼ਮਾਨੇ 'ਚ ਲੋਕ ਨਾ ਮੋਢੇ 'ਤੇ ਪਰਨਾ ਰੱਖਿਆ ਕਰਦੇ ਸਨ, ਛੱਤ 'ਤੇ ਚੜ੍ਹ ਗਏ, ਉਹ ਭੋਰੇ ਦੀ ਛੱਤ 'ਤੇ ਚੜ੍ਹ ਗਿਆ ਮੱਖਣ ਸ਼ਾਹ, ਅਤੇ ਪਰਨਾ ਫੇਰਿਆ, ਗੁਰ ਲਾ ਦੋ ਰੇ, ਗੁਰ ਲਾ ਦੋ ਰੇ, ਗੁਰ ਲਾ ਦੋ ਰੇ। ਸਾਰੇ ਲੋਕ ਆਵਾਜ਼ ਸੁਣ ਕੇ ਉੱਥੇ ਇਕੱਠ ਹੋ ਗਿਆ ਹੈ। ਉਹਨੇ ਬੇਨਤੀ ਕੀਤੀ ਗੁਰੂ ਮਹਾਰਾਜ ਨੇ ਕਿ ਹੁਣ ਤੁਸੀਂ ਪ੍ਰਗਟ ਹੋਵੋ, ਤੁਹਾਡੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ। ਗੁਰੂ ਮਹਾਰਾਜ ਪ੍ਰਗਟ ਹੋਏ। ਫਿਰ ਜਿਵੇਂ ਕਿ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ। ਜਦੋਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਗਟ ਹੋ ਗਏ, ਲੋਕਾਂ ਨੂੰ ਲੱਗ ਗਿਆ ਪਤਾ, ਇਸ ਲਈ ਸਾਰੀ ਸੰਗਤ ਇੱਧਰ ਨੂੰ ਹੋ ਗਈ। ਉਹ ਜਿਹੜੇ ਸਨ 22 ਦੇ 22 ਰਾਤੇ ਰਾਤ ਆਪਣੀ ਮੰਜੇ ਚੱਕ ਕੇ ਤੁਰ ਗਏ ਕਿ ਹੁਣ ਅਸਲੀ ਪ੍ਰਗਟ ਹੋ ਗਿਆ, ਹੁਣ ਸਾਡੀ ਕੋਈ ਕੀਮਤ ਨਹੀਂ ਹੈ। ਸੋ ਜਿੱਥੇ ਅਸਲੀ ਹੁੰਦਾ ਹੈ ਉੱਥੇ ਸੰਸਾਰ ਨਕਲੀ ਵੀ ਜ਼ਰੂਰ ਹੁੰਦਾ ਹੈ। ਆਮ ਲੋਕਾਂ ਨੂੰ ਅਸਲੀ ਨਕਲੀ ਦੀ ਪਹਿਚਾਣ ਨਹੀਂ ਹੁੰਦੀ। ਮੈਂ ਦੇਖਿਆ ਕਈ ਸੋਨੇ ਦੇ ਗਹਿਣੇ ਜਿਹੜੇ ਨਕਲੀ ਮਾਰਕੀਟ 'ਚ ਮਿਲਦੇ ਨੇ, ਉਹ ਅਸਲੀ ਤੋਂ ਵੱਧ ਚਮਕਦਾਰ ਹੁੰਦੇ ਨੇ, ਉਹ ਅਸਲੀ ਨਾਲੋਂ ਵੀ ਵੱਧ ਚਮਕਦਾਰ ਹੁੰਦੇ। ਆਮ ਕਿਸੇ ਨੂੰ ਕੀ ਪਤਾ ਹੈ ਅਸਲੀ ਹੈ ਕਿ ਨਕਲੀ ਹੈ? ਉਹ ਤਾਂ ਜਿਹੜੇ ਫਿਰ ਜੌਹਰੀ ਲੋਕ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ। ਇਸ ਤਰ੍ਹਾਂ ਫਿਰ ਮੱਖਣ ਸ਼ਾਹ ਲਵਾਣਾ ਕਿਉਂਕਿ ਆਮ ਨਾਲੋਂ ਸਿਆਣਾ ਸੀ, ਇਸ ਲਈ ਉਹਨੇ ਢੰਗ ਤਰੀਕਾ ਵਰਤਿਆ ਅਤੇ ਅਸਲੀ ਗੁਰੂ ਨੂੰ ਲੱਭ ਲਿਆ ਹੈ। ਹੁਣ ਅਸਲੀ ਗੁਰੂ ਪ੍ਰਗਟ ਹੋ ਗਏ। ਇਹ ਹੈ 1664 ਈਸਵੀ ਦੀ ਗੱਲ। 1644 ਨੂੰ ਭੋਰੇ 'ਚ ਬੈਠੇ ਸੀ, 1664 ਈਸਵੀ ਨੂੰ ਪ੍ਰਗਟ ਹੋ ਗਏ, ਗੁਰੂ ਬਣ ਗਏ। ਹੁਣ ਜਿਵੇਂ ਸਿੱਖਾਂ ਦਾ ਹੈੱਡਕੁਆਰਟਰ ਅੰਮ੍ਰਿਤਸਰ ਹੈ, ਆਪ ਜੀ ਉੱਥੋਂ ਚੱਲ ਕੇ ਅੰਮ੍ਰਿਤਸਰ ਆਏ। ਜਦੋਂ ਪੁਜਾਰੀਆਂ ਨੂੰ ਪਤਾ ਲੱਗਾ ਵੀ ਅਸਲੀ ਗੁਰੂ ਪ੍ਰਗਟ ਹੋ ਗਿਆ ਹੈ, ਹੁਣ ਸਾਡੀ ਕੋਈ ਕੀਮਤ ਨਹੀਂ ਰਹਿਣੀ ਇੱਥੇ, ਗੁਰੂ ਮਹਾਰਾਜ ਆ ਗਏ ਨੇ। ਕਿਉਂਕਿ 6ਵੇਂ ਪਾਤਸ਼ਾਹ ਫਿਰ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਸਨ, ਫਿਰ ਬਾਕੀ ਗੁਰੂ ਵੀ ਉੱਥੇ ਹੀ ਰਹਿੰਦੇ ਰਹੇ। ਕੋਈ ਗੁਰੂ ਬਾਅਦ 'ਚ ਫਿਰ ਨਹੀਂ ਆਇਆ ਅੰਮ੍ਰਿਤਸਰ। ਇਸ ਲਈ ਜਿਹੜੇ ਮਸੰਦ ਸਨ ਉਹਨਾਂ ਨੂੰ ਮੌਜਾਂ ਲੱਗੀਆਂ ਰਹੀਆਂ। ਹੁਣ ਉਹਨਾਂ ਨੇ ਦੇਖਿਆ ਵੀ ਅਸਲੀ ਗੁਰੂ ਆ ਗਿਆ ਹੈ। ਉਹ ਤਾਂ ਦਰਵਾਜ਼ੇ, ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰੇ, ਜੰਦਰੇ ਲਾ ਕੇ ਆਪਣੇ ਘਰਾਂ ਨੂੰ ਚਲੇ ਗਏ। ਜਿਹੜਾ ਵਿੱਚ ਹੀ ਥੜਾ ਸਾਹਿਬ ਗੁਰਦੁਆਰਾ ਹੈ ਨਾ, ਹਰਿਮੰਦਰ ਸਾਹਿਬ ਦੇ ਨਾਲ ਅਕਾਲ ਤਖਤ ਹੈ, ਅਕਾਲ ਤਖਤ ਦੇ ਨਾਲ ਛੋਟਾ ਜਿਹਾ ਇੱਕ ਗੁਰਦੁਆਰਾ ਭੋਰਾ ਜਿਹਾ ਬਣਿਆ ਹੋਇਆ ਹੈ, ਉਹਨੂੰ ਥੜਾ ਸਾਹਿਬ ਗੁਰਦੁਆਰਾ, ਉੱਥੇ ਥੜਾ ਹੁੰਦਾ ਸੀ ਉਸ ਵੇਲੇ। ਗੁਰੂ ਮਹਾਰਾਜ ਥੜੇ 'ਤੇ ਬਹਿ ਗਏ, ਥੜੇ 'ਤੇ ਬਹਿ ਗਏ। ਜਦੋਂ ਬੀਬੀਆਂ ਨੂੰ ਪਤਾ ਲੱਗਾ ਅੰਮ੍ਰਿਤਸਰ ਦੀਆਂ ਨੂੰ ਵੀ ਗੁਰੂ ਮਹਾਰਾਜ ਆਏ ਨੇ ਅਤੇ ਪੁਜਾਰੀ ਜਿਹੜੇ ਜੰਦਰੇ ਲਾ ਕੇ ਚਲੇ ਗਏ ਹਨ, ਉਹ ਬੀਬੀਆਂ ਨੇ ਆ ਕੇ ਫਿਰ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਇਹਨਾਂ ਨੇ ਮੂਰਖਤਾ ਕੀਤੀ ਹੈ, ਤੁਹਾਡਾ ਨਿਰਾਦਰ ਕੀਤਾ ਹੈ, ਵੀ ਤੁਸੀਂ ਕਿਰਪਾ ਰੱਖਣੀ ਹੈ, ਅੰਮ੍ਰਿਤਸਰ ਨੂੰ ਕਿਸੇ ਪ੍ਰਕਾਰ ਦਾ ਕੋਈ ਸ਼ਰਾਪ ਨਹੀਂ ਦੇਣਾ। ਉਹ ਕਹਿੰਦੇ ਭਾਈ ਸਿੱਖ ਧਰਮ 'ਚ ਸ਼ਰਾਪ ਦੇਣ ਦਾ ਕੋਈ ਰਿਵਾਜ਼ ਹੀ ਨਹੀਂ ਹੈਗਾ, ਅਸੀਂ ਕਿਉਂ ਕਿਸਦਾ ਮਾੜਾ ਤੱਕਣਾ, ਇਹਨਾਂ ਮਾੜਾ ਕੀਤਾ ਆਪੇ ਭੋਗੀ ਜਾਣਗੇ। ਅਤੇ ਗੁਰੂ ਮਹਾਰਾਜ ਉੱਥੋਂ, ਜਿਹਨੂੰ ਅੱਜ ਕੱਲ੍ਹ ਅਨੰਦਪੁਰ ਸਾਹਿਬ ਕਹਿੰਦੇ ਹਨ, ਇੱਥੇ ਆ ਗਏ। ਇੱਥੇ ਮਾਖੋਵਾਲ ਪਿੰਡ ਹੁੰਦਾ ਸੀ ਇਹ,
ਉਸ ਵੇਲੇ ਜਿਹੜਾ ਰਾਜਾ ਸੀ, ਪਹਾੜੀ ਰਾਜਾ, ਉਸ ਤੋਂ ਸਾਰੇ ਪਿੰਡ ਦੀ ਜ਼ਮੀਨ ਖਰੀਦ ਕੇ ਆਪ ਜੀ ਨੇ ਅਨੰਦਪੁਰ ਸਾਹਿਬ ਦਾ ਨਗਰ ਵਸਾਉਣਾ ਸ਼ੁਰੂ ਕਰਤਾ। ਬਿਲਡਿੰਗਾਂ ਬਣਨੇ, ਘਰ ਬਣਨੇ ਸ਼ੁਰੂ ਹੋ ਗਏ, ਸਰੋਵਰ ਬਣਨੇ ਸ਼ੁਰੂ ਹੋ ਗਏ, ਖੂਹ ਲੱਗਣੇ ਸ਼ੁਰੂ ਹੋ ਗਏ, ਲੰਗਰ ਤਿਆਰ ਹੋਣ ਲੱਗ ਪਏ, ਸੰਗਤ ਆਉਣ ਲੱਗ ਪਈ ਹੈ, ਰੌਣਕ ਮੇਲਾ ਹੋ ਰਿਹਾ ਹੈ। ਆਪ ਜੀ ਉੱਥੇ ਆਪਣੀ ਨਿਗਰਾਨੀ ਦੇ ਵਿੱਚ ਨਗਰ ਤਿਆਰ ਕਰਵਾ ਰਹੇ ਨੇ, ਭਾਂਤ ਭਾਂਤ ਦੇ ਲੋਕਾਂ ਨੂੰ ਉੱਥੇ ਲਿਆ ਰਹੇ ਨੇ ਵੀ ਸਾਰਿਆਂ ਦਾ ਇੱਕੋ ਥਾਂ 'ਤੇ ਹੀ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ। ਜਿਹੜੇ ਬਾਅਦ 'ਚ ਬਣਾਉਣ ਲੱਗ ਪਏ ਨਾ ਸਰਕਾਰ ਜਿਹੜੀ ਹੈ ਵੀ ਇੱਕੋ ਥਾਂ 'ਤੇ ਸਾਰੀਆਂ ਸਹੂਲਤਾਂ ਹੋਣ, ਇਹ ਤਾਂ ਸਾਡੇ ਗੁਰੂਆਂ ਨੇ ਪਹਿਲਾਂ ਹੀ ਇਹ ਸੋਚ ਕੇ ਇਸ ਤਰ੍ਹਾਂ ਦੇ ਨਗਰ ਤਿਆਰ ਕੀਤੇ ਸਨ ਵੀ ਹਰ ਪ੍ਰਕਾਰ ਦੇ ਲੋਕਾਂ ਨੂੰ ਲਿਆ ਕੇ ਵਸਾਓ, ਤਾਂ ਜੋ ਨਗਰ ਤੋਂ ਬਾਹਰ ਕੋਈ ਕੰਮ ਕਰਾਉਣ, ਨਗਰ ਤੋਂ ਬਾਹਰ ਜਾਣ ਦੀ ਲੋੜ ਹੀ ਨਾ ਪਵੇ, ਸਾਰੀਆਂ ਲੋੜਾਂ ਨਗਰ ਦੇ ਵਿੱਚ ਹੀ ਪੂਰੀਆਂ ਹੋ ਜਾਣ। ਉਸ ਵੇਲੇ ਰੋਪੜ ਦੇ ਵਿੱਚ ਪੀਰ ਮੌਲੇ ਸ਼ਾਹ ਰਹਿੰਦਾ ਸੀ। ਉਹ ਕਿਤੇ ਅੱਗੇ ਜਾ ਰਿਹਾ ਸੀ ਤਾਂ ਉਹਨੂੰ ਪਤਾ ਲੱਗਾ ਵੀ ਇੱਥੇ ਗੁਰੂ ਨਾਨਕ ਦੀ ਗੱਦੀ 'ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਆਏ ਨੇ, ਵੀ ਚੱਲ ਇਹਨੂੰ ਮਿਲ ਚੱਲਾਂ। ਜਦੋਂ ਆਇਆ ਤਾਂ ਕੀ ਦੇਖਦਾ ਵੀ ਇੱਥੇ ਤਾਂ ਬਿਲਡਿੰਗਾਂ ਬਣ ਰਹੀਆਂ ਨੇ, ਇੱਥੇ ਸਰੋਵਰ ਬਣ ਰਹੇ ਨੇ, ਇੱਥੇ ਦੇ ਖੂਹ ਲੱਗ ਰਹੇ ਨੇ, ਇੱਥੇ ਬੜਾ ਕੁਛ ਬਣ ਰਿਹਾ ਹੈ। ਉਹ ਆਇਆ ਅਤੇ ਬੜਾ ਹੈਰਾਨ ਹੋਇਆ। ਗੁਰੂ ਮਹਾਰਾਜ ਨੂੰ ਕਹਿੰਦਾ, ਜਦੋਂ ਤੁਸੀਂ ਕਹਿੰਦੇ ਹੋ ਕਿ ਹਰ ਚੀਜ਼ ਨਾਸ਼ਵਾਨ ਹੈ ਅਤੇ ਤੁਸੀਂ ਫਿਰ ਇੰਨਾ ਕਿਉਂ ਬਣਾ ਰਹੇ ਹੋ? ਭਜਨ ਬੰਦਗੀ ਕਰਨ ਵਾਲੇ ਨੇ ਇਹਨਾਂ ਚੀਜ਼ਾਂ ਤੋਂ ਕੀ ਲੈਣਾ? ਤੁਸੀਂ ਕਿਉਂ ਨਗਰ ਵਸਾ ਰਹੇ ਹੋ? ਕਿਉਂ ਇਹ ਖੂਹ ਲਵਾ ਰਹੇ ਹੋ? ਕਿਉਂ ਇਹ ਸਰੋਵਰ ਬਣਾ ਰਹੇ ਹੋ? ਕਿਉਂ ਇਹ ਬਿਲਡਿੰਗਾਂ ਬਣਾ ਰਹੇ ਹੋ? ਗੁਰੂ ਮਹਾਰਾਜ ਕਹਿੰਦੇ, ਫਕੀਰ ਜੀ ਤੁਸੀਂ ਅੱਜ ਲੰਗਰ ਪਾਣੀ ਛਕੋ, ਰਾਤ ਇੱਥੇ ਰਹੋ, ਕੱਲ੍ਹ ਨੂੰ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਵਾਂਗੇ। ਪੀਰ ਮੌਲੇ ਸ਼ਾਹ ਰਹਿ ਗਏ, ਲੰਗਰ ਛਕਿਆ, ਰਾਤ ਨੂੰ ਸੁੱਤਾ, ਸੁਪਨਾ ਆਇਆ। ਸੁਪਨੇ ਪੀਰ ਮੌਲੇ ਸ਼ਾਹ ਸਵਰਗ ਚਲੇ ਗਿਆ। ਕੀ ਦੇਖਦੇ ਹੈ ਕਿ ਉੱਥੇ ਇੱਕ ਬੰਦਾ ਹੈ, ਉਹਦਾ ਬੜਾ ਆਦਰ ਮਾਣ ਹੋ ਰਿਹਾ ਹੈ। ਪੀਰ ਮੌਲੇ ਸ਼ਾਹ ਨੇ ਸੋਚਿਆ ਵੀ ਇਹਨੇ ਬੜੀ ਭਜਨ ਬੰਦਗੀ ਕੀਤੀ ਹੋਣੀ ਮਾਤ ਲੋਕ 'ਚ, ਤਾਂ ਹੀ ਇੰਨਾ ਆਦਰ ਮਾਣ ਸਵਰਗ 'ਚ ਇਸ ਦਾ ਹੋ ਰਿਹਾ ਹੈ। ਉਹ ਪੀਰ ਮੌਲੇ ਸ਼ਾਹ ਉਸ ਕੋਲ ਚਲੇ ਗਿਆ। ਕਹਿੰਦੇ, ਮਹਾਤਮਾ ਜੀ ਤੁਹਾਡਾ ਬੜਾ ਆਦਰ ਮਾਣ ਇੱਥੇ ਹੋ ਰਿਹਾ ਹੈ, ਤੁਸੀਂ ਮਾਤ ਲੋਕ ਕੀ ਕੀਤਾ? ਉਹ ਕਹਿੰਦੇ, ਭਾਈ ਮੈਂ ਤਾਂ ਕੁਛ ਨਹੀਂ ਕੀਤਾ, ਮੈਂ ਤਾਂ ਪਿਛਲੇ ਜਨਮ 'ਚ ਸ਼ੇਰ ਸੀ। ਉਹ ਬੜਾ ਹੈਰਾਨ ਹੋਇਆ ਵੀ ਸ਼ੇਰ ਸਵਰਗ 'ਚ ਕਿਵੇਂ ਆ ਸਕਦਾ ਹੈ? ਉਹਨੇ ਫਿਰ ਦੱਸਿਆ, ਕਹਿੰਦੇ ਇਸ ਤਰ੍ਹਾਂ ਪੀਰ ਜੀ, ਮੈਂ ਪਹਾੜ ਦੀ ਗੁਫਾ 'ਚ ਰਿਹਾ ਕਰਦਾ ਸੀ। ਇੱਕ ਦਿਨ ਬਹੁਤ ਤੂਫਾਨ ਆ ਗਿਆ, ਮੈਂ ਬਾਹਰ ਗਿਆ ਹੋਇਆ ਸੀ। ਮੈਂ ਉਸ ਤੂਫਾਨ ਤੋਂ ਬਚਣ ਲਈ ਆਪਣੀ ਗੁਫਾ ਨੂੰ ਆ ਰਿਹਾ ਹਾਂ। ਜਦੋਂ ਗੁਫਾ ਦੇ ਮੈਂ ਨੇੜੇ ਪਹੁੰਚਿਆ, ਕੀ ਦੇਖਦਾ ਕਿ 2 ਸਾਧੂ ਮੇਰੀ ਗੁਫਾ 'ਚ ਬੈਠੇ ਨੇ। ਮੈਂ ਸੋਚਿਆ ਵੀ ਜੇ ਮੈਂ ਅੰਦਰ ਗਿਆ, ਇਹ ਤਾਂ ਡਰ ਕੇ ਬਾਹਰ ਨਿਕਲ ਜਾਣਗੇ, ਅਤੇ ਬਾਹਰ ਤਾਂ ਬਰਫ਼ ਪੈ ਰਹੀ ਹੈ, ਠੰਡੀ ਹਵਾ ਚੱਲ ਰਹੀ ਹੈ, ਇਹ ਤਾਂ ਠੰਡ ਨਾਲ ਮਰ ਜਾਣਗੇ। ਇਸ ਲਈ ਕਹਿੰਦੇ ਮੈਂ ਉਹਨਾਂ ਦੇ ਸਤਿਕਾਰ ਵਜੋਂ ਵੀ ਚਲੋ ਮੇਰੇ ਘਰ ਆਏ ਨੇ, ਵੀ ਇਹ ਨਾ ਰਹਿਣ ਦੇ, ਮੈਂ ਬਾਹਰ ਹੀ ਰਹਿ ਜਾਣਾ। ਕਹਿੰਦੇ ਮੈਂ ਬਾਹਰ ਖੜ੍ਹਾ ਰਿਹਾ, ਇੰਨੀ ਬਰਫ਼ ਪਈ ਕਿ ਮੈਂ ਮਰ ਗਿਆ ਅਤੇ ਸਿੱਧੇ ਹੀ ਸਵਰਗ ਨੂੰ ਆ ਗਿਆ। ਕਹਿੰਦੇ ਮੈਂ ਕੋਈ ਭਜਨ ਬੰਦਗੀ ਨਹੀਂ ਕੀਤੀ। ਜਾਗ ਖੁੱਲ੍ਹ ਗਈ ਪੀਰ ਦੀ, ਸਮਝ ਆ ਗਈ ਹੈ ਕਿ ਜਿਸ ਸ਼ੇਰ ਨੇ ਆਏ ਯਾਤਰੀ ਨੂੰ ਰਹਿਣ ਨੂੰ ਘੁਰਨਾ ਆਪਣਾ ਦਿੱਤਾ ਹੈ, ਅਤੇ ਇਹਦਾ ਮਤਲਬ ਗੁਰੂ ਮਹਾਰਾਜ ਜਿਹੜੇ ਆਸ਼ਰਮ ਬਣਾ ਰਹੇ ਨੇ, ਧਰਮਸ਼ਾਲਾ ਜਿਹੜੀ ਬਣਾ ਰਹੇ ਨੇ, ਜਿਹੜੇ ਖੂਹ ਲਾ ਰਹੇ ਨੇ, ਸਰੋਵਰ ਬਣਾ ਰਹੇ ਨੇ, ਲੰਗਰ ਲਾ ਰਹੇ ਨੇ, ਇਹ ਤਾਂ ਵਾਕਈ ਬਾਹਰੋਂ ਆਇਆਂ ਦੀ ਸੇਵਾ ਹੈ। ਉਹਨਾਂ ਰੋਟੀ ਪਾਣੀ ਦਾ ਵੀ ਪ੍ਰਬੰਧ ਹੈ, ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੈ, ਵੀ ਤੇ ਬਹੁਤ ਅੱਛਾ ਕੰਮ ਕਰ ਰਹੇ ਹਨ। ਸਵੇਰੇ ਗੁਰੂ ਮਹਾਰਾਜ ਮਿਲਿਆ। ਗੁਰੂ ਮਹਾਰਾਜ ਕਹਿੰਦੇ, ਬੋਲੋ ਜੀ,
ਤੁਹਾਡਾ ਕੀ ਪ੍ਰਸ਼ਨ ਹੈ? ਕਹਿੰਦੇ ਬਸ ਜੀ ਉੱਤਰ ਮਿਲ ਗਿਆ ਮੈਨੂੰ ਮੇਰੇ ਪ੍ਰਸ਼ਨ ਦਾ ਉੱਤਰ ਮਿਲ ਗਿਆ, ਮੇਰੀ ਤਸੱਲੀ ਹੋ ਗਈ ਹੈ, ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ। ਫਿਰ ਵੀ ਗੁਰੂ ਮਹਾਰਾਜ ਕਿਹਾ ਭਾਈ ਸੰਗਤ ਨੂੰ ਤਾਂ ਪਤਾ ਲੱਗਣਾ ਚਾਹੀਦਾ ਨਾ ਤੁਹਾਡੀ ਕਿਵੇਂ ਤਸੱਲੀ ਹੋਈ ਹੈ। ਫਿਰ ਪੀਰ ਮੌਲੇ ਸ਼ਾਹ ਨੇ ਸਾਰੀ ਘਟਨਾ ਜੋ ਰਾਤ ਬੀਤੀ ਉਹਦੇ ਨਾਲ ਉਹ ਸੁਪਨੇ ਵਾਲੀ ਸੁਣਾਈ ਅਤੇ ਗੁਰੂ ਮਹਾਰਾਜ ਧੰਨਵਾਦ ਕਰਕੇ ਅੱਗੇ ਨੂੰ ਚੱਲ ਪਿਆ। ਫਿਰ ਇੱਥੇ ਰਹਿ ਕੇ ਜਿਵੇਂ ਗੁਰੂ ਮਹਾਰਾਜ ਨਗਰ ਵਸਾਉਂਦੇ ਰਹੇ, ਆਲੇ ਦੁਆਲੇ ਪ੍ਰਚਾਰ ਵੀ ਕਰਨਾ ਸੀ, ਕਿਉਂਕਿ ਸੰਗਤ ਉੱਥੇ ਵੀ ਆਉਂਦੀ ਸੀ। ਅਤੇ ਜਿਵੇਂ ਦੇਖੋ ਮਹਾਂਪੁਰਖਾਂ ਦੇ ਦੀਵਾਨ ਲੱਗਦੇ ਨੇ ਕਿ ਨਹੀਂ, ਆਪਣੇ ਡੇਰੇ 'ਤੇ ਵੀ ਰਹਿੰਦੇ ਨੇ, ਅਤੇ ਜੇ ਸੰਗਤ ਕਹਿੰਦੀ ਸਾਡੇ ਜੀ ਪਿੰਡ 'ਚ ਆ ਕੇ ਥਾਂ ਥਾਂ ਦਾ ਦੀਵਾਨ ਲਾਓ, ਫਿਰ ਮਹਾਂਪੁਰਖ ਉੱਤੇ ਜਾ ਕੇ ਦੀਵਾਨ ਲਾਉਂਦੇ ਨੇ। ਇਸ ਤਰ੍ਹਾਂ ਗੁਰੂ ਮਹਾਰਾਜ ਭਾਵੇਂ ਅਨੰਦਪੁਰ ਸਾਹਿਬ ਰਹਿੰਦੇ ਸਨ, ਪਰ ਆਲੇ ਦੁਆਲੇ ਦੇ ਇਲਾਕੇ 'ਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਿਆ ਕਰਦੇ ਸਨ। ਯਾਤਰਾ ਕਰਦੇ ਕਰਦੇ ਮੌੜ ਮੰਡੀ ਦੇ ਨਾਲ ਇੱਕ ਪਿੰਡ ਹੈ ਮੌੜ, ਮਾਨਸਾ ਜ਼ਿਲ੍ਹੇ 'ਚ ਪੈਂਦਾ। ਕਿ ਮੈਨੂੰ ਤਾਂ ਜ਼ਿਆਦਾ ਪਤਾ ਹੈ ਵੀ ਅਸੀਂ ਮੌੜ 'ਚ ਰਹਿੰਦੇ ਹੁੰਦੇ ਸੀ ਅਤੇ ਮੈਂ ਮੌੜ ਮੰਡੀ ਪੜ੍ਹਿਆ ਕਰਦਾ ਸੀ। ਅਤੇ ਉਹ ਮੌੜ ਪਿੰਡ ਦੇ ਵਿੱਚ ਬਹੁਤ ਵੱਡਾ ਛਤਰੀਦਾਰ ਜੰਡ ਹੈ। ਅੱਜ ਕੱਲ੍ਹ ਤਾਂ ਉੱਥੇ ਗੁਰਦੁਆਰਾ ਸਾਹਿਬ ਬਣ ਗਿਆ ਉਸ ਸਥਾਨ 'ਤੇ। ਜੰਡ ਸੀ ਅਤੇ ਉਹਦੇ 'ਤੇ ਰਹਿੰਦੇ ਭੂਤ। ਉਹ ਜੋ ਗੁਰੂ ਮਹਾਰਾਜ ਉੱਥੇ ਗਏ ਤਾਂ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਭੂਤ ਸਾਨੂੰ ਬੜਾ ਤੰਗ ਕਰਦੇ ਨੇ, ਵੀ ਕਿਰਪਾ ਕਰੋ ਜੀ। ਉਹ ਕਹਿੰਦੇ ਵੀ ਐਂ ਕਰੋ, ਰਾਤ ਦੀ ਰੋਟੀ ਨਾ ਇੰਨੇ ਵਜੇ ਤੱਕ ਖਾ ਕੇ ਸਾਰੇ ਇੱਥੇ ਆ ਜਾਓ, ਇੱਥੇ ਆ ਜਾਓ, ਸਾਰੀ ਰਾਤ ਆਪਾਂ ਨੇ ਸਿਮਰਨ ਕਰਨਾ, ਸਾਰੀ ਰਾਤ ਬੈਠ ਕੇ ਸਿਮਰਨ ਕਰੋ, ਇਹ ਭੂਤ ਪ੍ਰੇਤ ਆਪੇ ਹੀ ਭੱਜਣਗੇ ਕਿ ਪਰਮਾਤਮਾ ਦੇ ਨਾਮ ਅੱਗੇ ਕੋਈ ਚੀਜ਼ ਨਹੀਂ ਠਹਿਰ ਸਕਿਆ ਕਰਦੀ। ਉਸ ਹੁਣ ਦੁਖੀ ਲੋਕ ਸਨ, ਫਿਰ ਆਉਣਾ ਹੀ ਆਉਣਾ ਸੀ। ਸਾਰਾ ਪਿੰਡ ਆ ਗਿਆ, ਜਿੰਨੇ ਵੀ ਸਨ ਭਜਨਬੰਦੀ ਕਰ ਸਕਣ ਵਾਲੇ, ਨਾਲ ਹੀ ਗੁਰੂ ਮਹਾਰਾਜ, ਨਾਲ ਹੀ ਦੂਸਰੇ ਸਿੱਖ, ਸਾਰੀ ਰਾਤ ਸਿਮਰਨ ਹੁੰਦਾ ਰਿਹਾ। ਅਤੇ ਜਿਹੜੇ ਭੂਤ ਪ੍ਰੇਤ ਸਨ ਇਹ ਭਜਨਬੰਦੀ ਦੇ ਪ੍ਰਤਾਪ ਤੁਮਾਰਾ ਦੇ ਕੇ ਜਮਦੂਤ ਭਗ ਜਾਏ। ਜਮਦੂਤ ਵੀ ਦੌੜ ਜਾਂਦੇ ਨੇ, ਇਹ ਵਿਚਾਰੇ ਜੇ ਭੂਤ ਪ੍ਰੇਤ ਕਿਤੇ ਵਿਚਾਰੇ ਨੇ। ਸੋ ਭੂਤਾ ਪ੍ਰੇਤਾਂ ਨੇ ਉਹ ਪਿੰਡ ਛੱਡ ਦਿੱਤਾ ਹੈ, ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਉੱਥੇ ਫਿਰ ਪਿੰਡ ਵਾਲਿਆਂ ਨੇ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਯਾਦ ਦੇ ਵਿੱਚ। ਐਂ ਅੱਗੇ ਚਲੇ ਗਏ, ਤਮਧਾਨ ਸਾਹਿਬ ਪਹੁੰਚ ਗਏ। ਅੱਜ ਕੱਲ੍ਹ ਇਹ ਹਰਿਆਣੇ 'ਚ ਪੈਂਦਾ ਹੈ। ਤਮਧਾਨ ਸਾਹਿਬ ਪਹੁੰਚ ਗਏ ਨੇ। ਉੱਥੇ ਇੱਕ ਚੌਧਰੀ ਰਹਿੰਦਾ ਸੀ, ਕਈ ਪਿੰਡਾਂ ਦਾ ਜਿਹੜਾ ਮਾਲਕ ਸੀ, ਉਹਦਾ ਨਾਂ ਸੀ ਦੱਗੋ। ਪਹਿਲਾਂ ਦੇਸੀ ਜਿਹੇ ਨਾਮ ਹੁੰਦੇ ਸਨ, ਇਹ ਤਾਂ ਹੁਣ ਅੰਗਰੇਜ਼ ਜਿਹੇ ਨਾਮ ਚੱਲੇ ਨੇ ਸਿੱਧੇ। ਆ ਵੀ ਬੁੱਧ ਸਿਆਂ, ਜੇ ਕੋਈ ਵੀਰਵਾਰ ਨੂੰ ਪੈਂਦਾ ਇਹ ਵੀਰ ਸਿੰਘ ਹੈ ਜੀ, ਬੁੱਧਵਾਰ ਨੂੰ ਬੁੱਧ ਸਿੰਘ ਹੈ ਜੀ, ਜੇ ਕੋਈ ਮੰਗਲਵਾਰ ਨੂੰ ਪੈਂਦਾ ਮੰਗਲ ਸਿੰਘ ਹੈ ਜੀ, ਇਹ ਇਸ ਨੂੰ ਨਾਂ ਰੱਖ ਲਿਆ ਕਰ ਸਿੱਧੇ ਜੀ। ਜਿਵੇਂ ਭੈਣ ਭਰਾਵਾਂ ਦੇ ਕਈ ਵਾਰੀ ਇੱਕੋ ਜਿਹੇ ਨਾਂ ਹੁੰਦੇ ਸਨ। ਦੇਖੋ ਉਹਦੇ ਗੁਰੂ ਨਾਨਕ ਦੇਵ ਜੀ ਅਤੇ ਭੈਣ ਦਾ ਨਾਂ ਹੈ ਨਾਨਕੀ, ਇਸ ਤਰ੍ਹਾਂ ਮਿਲਦੇ ਜੁਲਦੇ ਨਾਮ ਰੱਖੇ ਹੁੰਦੇ ਸਨ। ਸੋ ਚੌਧਰੀ ਦਾ ਨਾਂ ਸੀ ਦੱਗੋ। ਹੁਣ ਜਦੋਂ ਚੌਧਰ ਕੋਲ ਹੈ ਤਾਂ ਹਉਮੈ ਆਉਂਦੀ ਹੈ ਵੀ ਮੇਰੀ ਸਰਕਾਰੇ ਦਰਬਾਰੇ ਚੱਲਦੀ, ਮੈਨੂੰ ਕਿਹਨੇ ਪੁੱਛਣਾ। ਉਹਨੇ ਆਪਣੇ ਬੰਦਿਆਂ ਨੂੰ ਕਹਿਣਾ ਵੀ ਪਤਾ ਕਰੋ ਕਿਹਨਾਂ ਦੀ ਮੱਝ ਸੂਈ ਹੈ, ਲਵੇਰੀ ਮੱਝ ਹੈ, ਹੁਣ ਚੋਰੀ ਕਰ ਲੈਣੀ, ਚੋਰੀ ਕਰ ਆਪਣੇ ਘਰ ਲਿਆ ਬੰਨਣੀ। ਹੁਣ ਉਹਨਾਂ ਨੂੰ ਪਤਾ ਸੀ ਵੀ ਇਹਦੀ ਸਰਕਾਰੇ ਦਰਬਾਰੇ ਚੱਲਦੀ ਹੈ, ਸਾਡੀ ਕਿਸੇ ਸੁਣਨੀ ਨਹੀਂ ਹੈਗੀ। ਉਹ ਵਿਚਾਰੇ ਜਿਹੜਾ ਹੈ ਸ਼ਿਕਾਇਤ ਕਰਨ ਜੋਗੇ ਵੀ ਨਹੀਂ ਸਨ ਰਹਿੰਦੇ। ਇਸ ਤਰ੍ਹਾਂ ਚੋਰੀ ਦੀਆਂ ਮੱਝਾਂ ਉਹਨੇ ਰੱਖੀਆਂ ਹੋਈਆਂ ਹਨ। ਪਰ ਉਹਦੇ 'ਚ ਇੱਕ ਸਿਫਤ ਸੀ ਕਿ ਜਦੋਂ ਕੋਈ ਸਾਧੂ ਮਹਾਤਮਾ ਉਹਦੇ ਪਿੰਡ 'ਚ ਆਉਂਦਾ ਸੀ, ਉਹ ਉਸ ਨੂੰ ਦੁੱਧ ਜ਼ਰੂਰ ਪਿਲਾਇਆ ਕਰਦਾ ਸੀ। ਉਹਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਹਨ, ਕਿਉਂਕਿ ਉਹਦੇ ਨਾਂ 'ਤੇ ਇੰਨੇ ਆਵਾਜਾਈ ਦੇ ਸਾਧਨ ਸਨ ਅਤੇ ਨਾ ਕੋਈ ਅਖਬਾਰਾਂ 'ਤੇ ਹੋਰ ਸੀ, ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ। ਉਹਨੇ ਦੇਖਿਆ ਵੀ ਕੋਈ ਮਹਾਤਮਾ ਹੈ ਜਿਹਦੇ ਨਾਲ ਬਹੁਤ ਸਾਰੇ ਚੇਲੇ ਬਲ ਕੇ ਨੇ। ਉਹ ਦੁੱਧ ਦੀਆਂ ਗਾਗਰਾਂ ਭਰਵਾ ਕੇ ਆਪਣੇ ਨੌਕਰ ਦੇ ਸਿਰ 'ਤੇ ਰਖਵਾ ਕੇ ਗੁਰੂ ਮਹਾਰਾਜ ਦੇ ਦਰ 'ਤੇ ਆ ਗਿਆ, ਜਿੱਥੇ ਗੁਰੂ ਮਹਾਰਾਜ ਡੇਰਾ ਲਾਇਆ ਸੀ।
ਕਹਿੰਦੇ ਮਹਾਰਾਜ ਜੀ ਇਹ ਦੁੱਧ ਛਕੋ। ਗੁਰੂ ਮਹਾਰਾਜ ਜਾਣੀ ਜਾਣ ਸਨ ਵੀ ਇਹ ਤਾਂ ਚੋਰੀ ਦੀਆਂ ਮੱਝਾਂ ਦਾ ਦੁੱਧ ਹੈ। ਕਹਿੰਦੇ ਵੀ ਅਸੀਂ ਨਹੀਂ ਦੁੱਧ ਪੀਣਾ। ਕੀ ਗੱਲ ਮਹਾਰਾਜ ਜੀ ਤੁਸੀਂ ਦੁੱਧ ਪੀਂਦੇ ਨਹੀਂ? ਕਹਿੰਦੇ ਨਹੀਂ ਪੀਂਦੇ ਤਾਂ ਅਸੀਂ ਹਾਂ। ਫਿਰ ਤੁਸੀਂ ਛਕੋ ਜੀ। ਕਹਿੰਦੇ ਨਹੀਂ ਭਾਈ ਅਸੀਂ ਨਹੀਂ ਛਕਣਾ। ਕਹੇ ਜੀ ਇੱਥੇ ਜਿੰਨੇ ਵੀ ਸਾਧੂ ਆਏ ਸਾਰੇ ਦੁੱਧ ਪੀਂਦੇ ਸਨ, ਮੈਂ ਦੁੱਧ ਨਾਲ ਹੀ ਸੇਵਾ ਕਰਿਆ ਕਰਦਾ ਹਾਂ, ਆਪ ਜੀ ਜ਼ਰੂਰ ਪੀਓ, ਮੇਰੇ ਮਨ ਨੂੰ ਖੁਸ਼ੀ ਹੋਏਗੀ। ਉਹ ਕਹਿੰਦੇ ਬਈ ਦੱਗੋ ਦੁੱਧ ਤਾਂ ਅਸੀਂ ਪੀਂਦੇ ਹਾਂ ਪਰ ਇਹ ਤੇਰਾ ਨਹੀਂ ਪੀਣਾ। ਕਹੇ ਜੀ ਵੀ ਕਿਰਪਾ ਕਰਕੇ ਦੱਸੋ ਵੀ ਕਿਉਂ ਨਹੀਂ ਪੀਣਾ? ਇੱਕ ਤਾਂ ਹੁੰਦਾ ਤੁਸੀਂ ਪੀਂਦੇ ਨਹੀਂ, ਫਿਰ ਤਾਂ ਗੱਲ ਖਤਮ ਹੋ ਗਈ। ਜੇ ਮੰਨ ਲਓ ਮੇਰੇ ਘਰ ਕੋਈ ਆਇਆ ਅਤੇ ਮੈਨੂੰ ਕਹਾਂ ਵੀ ਚਾਹ ਪੀਓਗੇ ਜੀ? ਉਹ ਕਹਿੰਦੇ ਨਾ ਜੀ ਮੈਂ ਤਾਂ ਚਾਹ ਪੀਂਦਾ ਨਹੀਂ, ਗੱਲ ਖਤਮ ਹੋ ਗਈ। ਜੋ ਕਹੇ ਜੀ ਨਹੀਂ ਬਾਬਾ ਜੀ ਮੈਂ ਚਾਹ ਤਾਂ ਪੀਣਾ ਪਰ ਮੈਂ ਤੁਹਾਡੀ ਨਹੀਂ ਪੀਣੀ, ਤਾਂ ਮੇਰੇ ਮਨ 'ਚ ਇੱਕ ਵਾਰੀ ਆਊਗਾ ਵੀ ਭਾਈ ਦੱਸ ਤੂੰ ਕਿਉਂ ਨਹੀਂ ਪੀਂਦਾ, ਵੀ ਤੂੰ ਕਿਉਂ ਨਹੀਂ ਪੀਂਦਾ? ਉਹ ਬੜਾ ਹੈਰਾਨ ਹੋਇਆ। ਕਹਿੰਦੇ ਵੀ ਦੱਗੋ ਸੱਚ ਪੁੱਛਦਾ? ਕਹਿੰਦਾ ਹਾਂ ਜੀ ਮੈਨੂੰ ਪਤਾ ਤਾਂ ਲੱਗੇ ਵੀ ਤੁਸੀਂ ਕਿਉਂ ਨਹੀਂ ਪੀਂਦੇ। ਕਹਿੰਦੇ ਦੱਗੋ ਇਹ ਜਿੰਨਾ ਮੱਝਾਂ ਦਾ ਦੁੱਧ ਤੂੰ ਲੈ ਕੇ ਨੇ ਇਹ ਸਾਰੀ ਚੋਰੀ ਦੀਆਂ ਮੱਝਾਂ ਨੇ। ਹਿੱਲ ਗਿਆ ਤੁਰ ਅੰਦਰੋਂ। ਕਹਿੰਦੇ ਦੱਗੋ ਤੂੰ ਹੈ ਚੌਧਰੀ, ਤੇਰੀ ਥਾਣੇ ਸਰਕਾਰੇ ਦਰਬਾਰੇ ਚੱਲਦੀ ਹੈ, ਤੂੰ ਆਪਣੇ ਬੰਦੇ ਰੱਖੇ ਹੋਏ ਨੇ, ਉਹ ਲਵੇਰੀਆਂ ਮੱਝਾਂ ਲੈ ਆਉਂਦੇ ਨੇ, ਉਹਨਾਂ ਜਿਹੜੇ ਕਟਰੂ ਵਛਰੂ ਉਹ ਪਿੱਛੇ ਛੱਡ ਆਉਂਦੇ ਨੇ। ਮੱਝ ਇੱਥੇ ਦੁਖੀ ਹੈ ਕਿਉਂਕਿ ਉਹਦੇ ਬੱਚੇ ਪਿੱਛੇ ਰਹਿ ਗਏ ਅਤੇ ਬੱਚੇ ਉੱਥੇ ਦੁਖੀ ਨੇ ਕਿ ਉਹਨਾਂ ਦੀ ਮਾਂ ਕਿਤੇ ਚਲੀ ਗਈ ਹੈ। ਇਹ ਬੜਾ ਵੱਡਾ ਪਾਪ ਹੈ ਤੇਰੇ ਸਿਰ 'ਤੇ, ਤੂੰ ਚੋਰੀਆਂ ਦੀ ਇਹ ਕੰਮ ਕਰਦਾ ਹੈ, ਇਸ ਲਈ ਅਸੀਂ ਤੇਰਾ ਦੁੱਧ ਨਹੀਂ ਪੀਣਾ। ਉਹਨੂੰ ਪਤਾ ਲੱਗ ਗਿਆ ਵੀ ਆਹ ਅਸਲੀ ਸਾਧੂ ਆਇਆ, ਨਹੀਂ ਤਾਂ ਪਹਿਲਾਂ ਦੂਜੇ ਹਾਂ ਵੀ ਜਿਉਂਦਾ ਰਹਿ, ਵੀ ਤੇਰੇ ਪਸ਼ੂਆਂ 'ਚ ਵਾਧਾ ਹੋਵੇ ਜੀ, ਫਲਾਣਾ ਹੋਵੇ, ਇਹੀ ਕੁਛ ਹੀ ਕਹਿੰਦੇ ਹੋਣਗੇ। ਅਰਦਾਸ ਕਰਦੇ ਸੱਚੇ ਪਾਤਸ਼ਾਹ ਹਾਂ ਤੇਰੇ ਦੇ ਤਾਂ ਦੁੱਧ ਪੀਤਾ ਵਾਧਾ ਹੋਵੇ ਜੀ, ਕੁਛ ਤਾਂ ਕਹਿੰਦੇ ਹੋਣਗੇ। ਸਾਧੂ ਤੁਸੀਂ ਸੇਵਾ ਕਰੋ, ਅਸੀਸ ਤਾਂ ਦੇਵੇਗਾ ਹੀ ਦੇਵੇਗਾ। ਹੁਣ ਗਿਆਨ ਹੋ ਗਿਆ। ਗੁਰੂ ਮਹਾਰਾਜ ਸਮਝਾਇਆ ਭਾਈ ਇਹੋ ਜਿਹੇ ਕੰਮ ਨਹੀਂ ਕਰੀਦੇ। ਤੈਨੂੰ ਦੱਸ ਕਿਸ ਚੀਜ਼ ਦੀ ਕਮੀ ਹੈ? ਜੇ ਤਵੇ ਹਾਂ ਵੀ ਤੈਨੂੰ ਕਿਸੇ ਚੀਜ਼ ਦੀ ਕਮੀ ਹੈ ਫਿਰ ਤੂੰ ਤਾਂ ਠੱਗੀਆਂ ਠੋਰੀਆਂ ਕਰ, ਤੂੰ ਤਾਂ ਚੌਧਰੀ ਹੈ ਇਸ ਇਲਾਕੇ ਦਾ, ਇੰਨੀ ਤੇਰੇ ਕੋਲ ਜਾਇਦਾਦ ਹੈ, ਕਿਸੇ ਚੀਜ਼ ਤੇਰੇ ਕੋਲ ਕਮੀ ਨਹੀਂ ਹੈ। ਸਮਝਾਇਆ, ਮਾਫੀ ਮੰਗਦਾ ਹੁਣ ਵੀ ਮੈਂ ਜੀ ਅੱਗੇ ਤੋਂ ਚੋਰੀ ਨਹੀਂ ਕਰਦਾ। ਗੁਰੂ ਮਹਾਰਾਜ 'ਚ ਬਹੁਤ ਚੰਗੀ ਗੱਲ ਹੈ, ਪਰ ਇੱਕ ਗੱਲ, ਇੱਕ ਸ਼ਰਤ ਮੰਨਣੀ ਪਵੇਗੀ। ਜਿੰਨੀਆਂ ਚੋਰੀ ਦੀਆਂ ਮੱਝਾਂ ਨੇ, ਜੇ ਤੇ ਤੈਨੂੰ ਪਤਾ ਹੈ ਵੀ ਕਿੰਨਾ ਕਿੰਨਾ ਦੀਆਂ ਨੇ, ਫਿਰ ਤੂੰ ਉਹਨਾਂ ਦੇ ਘਰ ਛੱਡਿਆ। ਜੇ ਨਹੀਂ ਪਤਾ ਸਭ ਦੇ ਰੱਸੇ ਖੋਲ੍ਹ ਦੇ। ਪਸ਼ੂ ਆਪੇ ਇਹਨਾਂ ਨੂੰ ਪਹਿਚਾਣਦੀ ਹੈ, ਇਹ ਆਪੇ ਜਿੱਥੋਂ ਜਿੱਥੇ ਤੂੰ ਲੈ ਕੇ ਆਏ ਇਹ ਆਪੇ ਚਲੀਆਂ ਜਾਣਗੀਆਂ। ਕਹਿੰਦੇ ਇਹ ਤਾਂ ਮੈਨੂੰ ਪਤਾ ਨਹੀਂ ਇਹ ਲੋਕ ਕਿੱਥੋਂ ਕਿੱਥੋਂ ਲਿਆਏ ਨੇ। ਹਾਂ ਮੈਂ ਕੱਟੀਆਂ ਜੋ ਵੀ ਮੱਝਾਂ ਜਿੰਨੀਆਂ ਚੋਈ ਸਾਰੀਆਂ ਖੋਲ੍ਹਤੀਆਂ ਸਨ। ਖੋਲ੍ਹ ਕੇ ਅਤੇ ਫਿਰ ਆ ਗਏ, ਕਹਿੰਦੇ ਮੈਂ ਖੋਲ੍ਹ ਕੇ ਜੀ ਪਿੰਡੋਂ ਬਾਹਰ ਕੱਢਤੀਆਂ ਨੇ ਕਿ ਭਾਈ ਜਿੱਧਰ ਉੱਧਰ ਆਏ ਆਪੇ ਚਲੀਆਂ ਜਾਓ। ਫਿਰ ਗੁਰੂ ਮਹਾਰਾਜ ਆਪਣੇ ਘਰ ਲੈ ਕੇ ਗਿਆ। ਫਿਰ ਗੁਰੂ ਮਹਾਰਾਜ ਨੂੰ ਭਜਨ ਬੰਦਗੀ ਵਾਲੇ ਪਾਸੇ ਲਾਇਆ, ਇਹ ਚੋਰੀਆਂ ਤੋਂ ਹਟਾਤਾ ਹੈ। ਲੋਕ ਵੀ ਸੁਖੀ ਹੋ ਗਏ, ਕਿਉਂਕਿ ਜਦੋਂ ਵੱਡਾ ਬੰਦਾ ਭਜਨ ਬੰਦਗੀ ਕਰਨ ਲੱਗ ਜਾਏ ਛੋਟੇ ਆਪੇ ਲੱਗ ਜਾਂਦੇ ਹੁੰਦੇ ਨੇ, ਛੋਟੇ ਆਪੇ ਲੱਗ ਜਾਂਦੇ ਨੇ। ਜਿਵੇਂ ਪਿਤਾ ਲੱਗ ਜਾਏ ਭਜਨ ਬੰਦਗੀ ਕਰਨ, ਉਹਨੂੰ ਵੇਖ ਵੇਖ ਕੇ ਉਹਦੇ ਬੱਚੇ ਆਪੇ ਹੀ ਲੱਗ ਜਾਂਦੇ ਨੇ। ਤੁਸੀਂ ਮੰਨ ਲਓ ਮੱਥਾ ਟੇਕਣ ਆਇਓ, ਨਾਲ ਆਪਣਾ ਬੱਚਾ ਲੈ ਆਓ। ਬੱਚਾ ਮੈਂ ਦੇਖਿਆ ਇੱਥੇ ਕਈ ਵਾਰੀ ਖੜ੍ਹਦਾ, ਫਿਰ ਆਪਣੇ ਮਾਂ ਜਾਂ ਬਾਪ ਨੂੰ ਵੇਖਦਾ ਵੀ ਇਹ ਕਿਵੇਂ ਮੱਥਾ ਟੇਕ ਰਹੇ ਨੇ, ਪਹਿਲਾਂ ਉਹਨੂੰ ਵੇਖਦਾ, ਵੇਖ ਕੇ ਨਾ ਫਿਰ ਉਹਨਾਂ ਦੀ ਨਕਲ ਕਰਦਾ। ਬੱਚਾ ਹਮੇਸ਼ਾ ਨਕਲ ਤੋਂ ਸਿੱਖਦਾ ਹੈ। ਬੱਚਾ ਸਿੱਖਿਆ ਨਾਲ ਉਹਨਾਂ ਨਹੀਂ ਸਿੱਖਦਾ ਜਿੰਨਾ ਨਕਲ ਤੋਂ ਸਿੱਖਦਾ, ਸਾਈਕੋਲੋਜੀ ਕਹਿੰਦੀ। ਅਗਰ ਉਹਨੂੰ ਚੰਗੇ ਸੰਸਕਾਰ ਨਕਲ ਦੇ ਦਿੱਤੇ ਜਾਣ ਤਾਂ ਉਹ ਬਹੁਤ ਕੁਝ ਸਿੱਖ ਸਕਦਾ ਹੈ। ਜੋ ਪੀਣ ਲੱਗ ਗਿਆ ਅਤੇ ਇਹਦਾ ਮਤਲਬ ਉਹ ਨਕਲ ਕੀਤੀ ਬਾਪ ਦੀ, ਬਾਪ ਪੀ ਰਿਹਾ ਸੀ, ਉਹਨੂੰ ਵੇਖ ਵੇਖ ਕੇ ਉਹ ਵੀ ਲੱਗਿਆ ਪੀਣ। ਬੱਚਾ ਨਕਲ ਤੋਂ ਜ਼ਿਆਦਾ ਸਿੱਖਦਾ ਹੈ। ਖੈਰ, ਸੋ ਸਾਰਾ ਪਿੰਡ ਜਿਹੜਾ ਹੈ ਗੁਰੂ ਦਾ ਸਿੱਖ ਹੋ ਗਿਆ ਹੈ, ਸੁਧਰ ਗਿਆ ਹੈ, ਕਿਉਂਕਿ
ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਮੁਖੀਆ ਹੈ ਉਹ ਸੁਧਰ ਜੇ, ਬਾਕੀ ਫਿਰ ਆਮ ਲੋਕ ਸੁਧਰ ਜਾਂਦੇ ਹੁੰਦੇ ਹਨ। ਐਂ ਯਾਤਰਾ ਕਰਦੇ ਕਰਦੇ ਬਿਹਾਰ ਚਲੇ ਗਏ। ਬਿਹਾਰ 'ਚ ਇੱਕ ਸ਼ਹਿਰ ਹੈ ਗਿਆ, ਉੱਥੇ ਨਾ ਫਲਗੂ ਘਾਟ ਬਣਿਆ ਹੋਇਆ। ਉੱਥੇ ਗਿਆ ਸ਼ਹਿਰ ਦੇ ਬਿਲਕੁਲ ਵਿਚਾਲਿਓਂ ਫਲਗੂ ਨਦੀ ਲੰਘਦੀ ਹੈ। ਕਿਉਂਕਿ ਮੈਂ ਜਦੋਂ ਅੱਗੇ ਪਟਨਾ ਸਾਹਿਬ ਨੂੰ ਗਿਆ ਸੀ, ਰਾਹ 'ਚ ਆਉਂਦਾ ਸੀ ਜੀ, ਉਸ ਨਦੀ ਉੱਤੋਂ ਦੀ ਲੰਘਿਆ ਸੀ। ਉਹ ਘਾਟ ਬਣਿਆ ਹੋਇਆ ਹੈ, ਉੱਥੇ ਪਾਂਡੇ ਨੇ ਲੋਕ ਜਿਨ੍ਹਾਂ ਦੇ ਪਿਤਰਾਂ ਦੀ ਗਤੀ ਨਹੀਂ ਨਾ ਹੋਈ ਹੁੰਦੀ, ਪਹਿਲਾਂ ਉੱਥੇ ਜਾਇਆ ਕਰਦੇ ਸਨ। ਆਹ ਕੁਰੂਕਸ਼ੇਤਰ ਤਾਂ ਫਿਰ ਬਾਅਦ 'ਚ ਸਥਾਨ ਬਣੇ। ਉੱਥੇ ਹਰਿਦੁਆਰ ਜਾਂਦੇ ਹੁੰਦੇ ਸਨ, ਜਾਂ ਉੱਧਰਲੇ ਇਲਾਕੇ ਵਾਲੇ ਉੱਥੇ ਜਾਂਦੇ ਹੁੰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਕੋਈ ਬਹੁਤ ਅਮੀਰ ਆਇਆ ਹੈ, ਉਹਨਾਂ ਨੂੰ ਪਤਾ ਗੁਰੂ ਆਇਆ। ਪਾਂਡਿਆਂ ਨੇ ਦੇਖਿਆ ਵੀ ਬਹੁਤ ਨਾਲ ਨੇ, ਊਠ ਨੇ, ਘੋੜੇ ਨੇ, ਟੈਂਟ ਨੇ, ਕਿੰਨੇ ਨਾਲ ਸੰਗਤ ਹੈ, ਵੀ ਤਾਂ ਕੋਈ ਬਹੁਤ ਅਮੀਰ ਬੰਦਾ ਆਇਆ। ਪੰਡਿਤ ਇਕੱਠੇ ਹੋ ਕੇ ਆ ਗਏ, ਕਹਿੰਦੇ ਤੁਸੀਂ ਆਪਣੇ ਪਿਤਰਾਂ ਦੀ ਗਤੀ ਕਰਾਓ ਜੀ, ਗਤੀ ਕਰਾਓ। ਪੰਡਿਤ ਸ਼ਰਨ ਦਾਸ ਜਿਹੜਾ ਸੀ ਉਹਨਾਂ ਦਾ ਮੁਖੀਆ ਸੀ, ਕਹਿੰਦੇ ਜੀ ਆਪਣੇ ਪਿਤਰਾਂ ਦੀ ਗਤੀ ਕਰੋ। ਗੁਰੂ ਮਹਾਰਾਜ ਕਹਿੰਦੇ ਸਾਡੇ ਪਿਤਰ ਕਿਹੜਾ ਕੋਈ ਭੂਤ ਪ੍ਰੇਤ ਨੇ, ਸਾਡੇ ਪਿਤਰ ਤਾਂ ਸੱਚਖੰਡ ਵਸਦੇ ਨੇ। ਤੁਸੀਂ ਝੂਠ ਬੋਲਦੇ ਹੋ ਜੀ, ਤੁਹਾਨੂੰ ਕੀ ਪਤਾ ਸੱਚਖੰਡ ਵਸਦੇ ਨੇ। ਕਹਿੰਦੇ ਪੰਡਿਤ ਸ਼ਰਨ ਦਾਸ, ਤੇਰਾ ਪਿਤਾ ਅਤੇ ਤੇਰਾ ਦਾਦਾ ਸਵਰਗਵਾਸ ਹੋ ਗਏ ਨੇ। ਕਹਿੰਦਾ ਹਾਂਜੀ। ਉਹ ਕਿੱਥੇ ਹੋਣਗੇ, ਉਹਨਾਂ ਦੀ ਗਤੀ ਹੋ ਗਈ ਹੈ। ਕਹਿੰਦਾ ਹਾਂ ਜੀ ਸਵਰਗਾਂ 'ਚ ਹੋਣਗੇ ਜੀ। ਕਹਿੰਦੇ ਉਹ ਕੋਈ ਸਵਰਗਾਂ ਸੁਰਗਾਂ ਤਾਂ ਬਘਿਆੜ ਬਣੇ ਹੋਣੇ, ਤੇਰਾ ਬਾਪ ਵੀ ਤੇਰਾ ਦਾਦਾ ਵੀ। ਉਹ ਤਾਂ ਨਾਰਾਜ਼ ਹੋ ਗਿਆ ਵੀ ਹੈ ਤੁਸੀਂ ਮੇਰੇ ਬਾਪ ਦਾਦੇ ਨੂੰ ਬਘਿਆੜ ਕਹਿੰਦੇ ਹੋ। ਕਹਿੰਦੇ ਹੁਣੇ ਵਿਖਾ ਦਿੰਦੇ ਹਾਂ। ਗੁਰੂ ਮਹਾਰਾਜ ਆਪਣੀ ਸੋਟੀ ਸਿਰ 'ਤੇ ਰੱਖੀ, ਹੁਣ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਦੋ ਬਘਿਆੜ ਵੇਖਦਾ। ਫਿਰ ਗੁਰੂ ਨੇ ਕਿਰਪਾ ਕੀਤੀ, ਬਘਿਆੜਾਂ ਨੇ ਮਨੁੱਖਾਂ ਦਾ ਰੂਪ ਧਾਰਨ ਕਰ ਲਿਆ। ਦੇਖਦਾ ਇੱਕ ਮੇਰਾ ਬਾਪ ਹੈ, ਇੱਕ ਮੇਰਾ ਦਾਦਾ। ਅਤੇ ਉਹ ਕਹਿੰਦਾ ਪੁੱਤਰ ਅਸੀਂ 3 ਦਿਨ ਭੁੱਖੇ ਫਿਰਦੇ ਹਾਂ, ਸਾਨੂੰ ਖਾਣ ਨੂੰ ਕੁਛ ਨਹੀਂ ਮਿਲਦਾ, ਅਤੇ ਤੂੰ ਸਾਡੀ ਕੋਈ ਗਤੀ ਗੁਤੀ ਨਹੀਂ, ਇਸ ਤੋਂ ਬਘਿਆੜ ਬਣੇ ਬੈਠੇ। ਫਿਰ ਮਾਫੀ ਮੰਗੀ। ਗੁਰੂ ਮਹਾਰਾਜ ਭਜਨ ਬੰਦਗੀ ਤੋਂ ਬਿਨਾਂ ਨਹੀਂ ਮੁਕਤੀ ਹੋਇਆ ਕਰਦੀ, ਇਹ ਪਿੰਡ ਭਰਾਉਣ ਨਾਲ ਮੁਕਤੀ ਨਹੀਂ ਮਿਲਦੀ। ਇਹ ਤਾਂ ਭਜਨ ਬੰਦੀ ਕਰਨ ਬੰਦਾ ਕਰੇ, ਸੇਵਾ ਕਰੇ, ਸ਼ੁਭ ਕਰਮ ਕਰੇ ਤਾਂ ਮੁਕਤੀ ਮਿਲਦੀ ਹੈ। ਇੱਕ ਭਜਨ ਬੰਦਗੀ ਕਰਨੀ ਹੈ, ਦੂਸਰੀ ਸੇਵਾ ਕਰਨੀ ਹੈ, ਤੀਜੇ ਸ਼ੁਭ ਕਰਮ ਕਰਨੇ ਨੇ। ਜਿਹੜਾ ਬੰਦਾ 3 ਕੰਮ ਕਰਦਾ ਉਹਦੀ ਮੁਕਤੀ ਹੁੰਦੀ ਹੈ। ਆ ਮਗਰੋਂ ਪਿੰਡ ਭਰਾਉਣ ਨਾਲ ਮੁਕਤੀ ਨਹੀਂ ਹੁੰਦੀ ਹੈ। ਆਪ ਜੀ ਚਲਦੇ ਚਲਦੇ ਪਰਿਵਾਰ ਸਮੇਤ ਪਟਨੇ ਆਏ। ਪਰਿਵਾਰ ਵੀ ਨਾਲ ਹੀ ਸੀ। ਪਟਨੇ ਆ ਗਏ ਨੇ। ਇੱਥੇ ਸਾਲ ਸਿਰਾਏ ਜੌਹਰੀ ਗੁਰੂ ਨਾਨਕ ਦੇਵ ਜੀ ਵੇਲੇ ਹੋਇਆ ਕਰਦਾ ਸੀ, ਕਿਉਂਕਿ ਉਸ ਪਟਨੇ ਦਾ ਸਭ ਤੋਂ ਅਮੀਰ ਵਿਅਕਤੀ ਸੀ, ਇਸ ਲਈ ਉਹਦਾ ਘਰ ਬਹੁਤ ਵੱਡਾ ਸੀ। ਉਹਨੇ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਜਦੋਂ ਆਏ, ਉਸ ਤੋਂ ਬਾਅਦ ਉਹਨੇ ਖੁਸ਼ ਹੋ ਕੇ ਆਪਣੇ ਸਾਰੇ ਘਰ 'ਚੋਂ ਅੱਧੇ ਘਰ ਨੂੰ ਧਰਮਸ਼ਾਲਾ ਬਣਾ ਤਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਆਪਣਾ ਬਣਿਆ ਪਟਨਾ ਸਾਹਿਬ। ਉਹ ਸਾਲ ਸਿਰਾਏ ਜੌਹਰੀ ਦੀ ਹੀ ਥਾਂ 'ਤੇ ਬਣਿਆ ਹੋਇਆ ਹੈ। ਉਹਨੇ ਆਪਣੀ ਅੱਧਾ ਘਰ ਗੁਰੂ ਨਾਨਕ ਦੇ ਨਾਮ 'ਤੇ ਦਿੱਤਾ ਸੀ, ਧਰਮਸ਼ਾਲਾ ਬਣਾਤੀ ਸੀ, ਜਿਹੜਾ ਕੋਈ ਯਾਤਰੀ ਆਵੇ ਇੱਥੇ ਆ ਕੇ ਠਹਿਰੇ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਉਹਦੀ ਧਰਮਸ਼ਾਲਾ ਦੇ ਵਿੱਚ ਹੀ ਠਹਿਰੇ। ਪਰਿਵਾਰ ਨੂੰ ਇੱਥੇ ਛੱਡ ਕੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬੀਬੀ ਗੁਜਰੀ ਦੇ ਘਰ ਬੱਚਾ ਹੋਣ ਵਾਲਾ ਹੈ, ਵੀ ਹੁਣ ਅੱਗੇ ਲਿਜਾਣਾ ਠੀਕ ਨਹੀਂ ਹੈ। ਕੁਝ ਸਿੱਖਾਂ ਦੀ ਉੱਥੇ ਹੀ ਡਿਊਟੀ ਲਾਤੀ ਹੈ, ਉੱਥੇ ਹੀ ਰਹਿਣ ਲੱਗ ਪਏ। ਅਤੇ 1666 ਈਸਵੀ ਵਿੱਚ ਆਪ ਜੀ ਨੂੰ ਪਤਾ ਹੈ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਪ੍ਰਕਾਸ਼ ਹੈ ਉਹ ਪਟਨਾ ਸਾਹਿਬ ਸਾਲ ਸਿਰਾਏ ਜੌਹਰੀ ਦੀ ਧਰਮਸ਼ਾਲਾ ਦੇ ਵਿੱਚ ਹੀ ਹੋਇਆ ਸੀ। ਗੁਰੂ ਮਹਾਰਾਜ ਨੇ ਪਰਿਵਾਰ ਨੂੰ ਇੱਥੇ ਛੱਡ ਕੇ ਅੱਗੇ ਢਾਕੇ ਵੱਲ ਨੂੰ, ਅਸਾਮ ਵੱਲ ਨੂੰ ਚਲੇ ਗਏ। ਉਦੋਂ ਅਸਾਮ ਦੀ ਰਾਜਧਾਨੀ ਢਾਕਾ ਹੋਇਆ ਕਰਦੇ। ਉੱਥੇ ਇੱਕ ਬਲਾਕੀ ਦਾਸ ਨਾਮ ਦਾ ਮਸੰਦ ਰਹਿੰਦਾ ਹੁੰਦਾ ਸੀ। ਉਹਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਫਿਰ ਪਤਾ ਨਹੀਂ ਤੁਹਾਡੇ ਕਦੋਂ ਦਰਸ਼ਨ ਹੋਣ, ਬਈ ਮੈਂ ਚਾਹੁੰਦਾ ਮੈਂ ਜਦੋਂ ਚਾਹਾਂ ਮੈਨੂੰ ਤੁਹਾਡੇ ਦਰਸ਼ਨ ਹੋ ਜਾਣ।
ਗੁਰੂ ਮਹਾਰਾਜ ਨੇ ਉਹਨੂੰ ਇੱਕ ਪੋਥੀ ਦਿੱਤੀ, ਕਹਿੰਦੇ ਬਲਾਕੀ ਦਾਸ ਆਹ ਲੈ ਪੋਥੀ, ਜਦੋਂ ਵੀ ਤੂੰ ਪੋਥੀ ਅੱਗੇ ਖੜ੍ਹ ਕੇ ਅਰਦਾਸ ਕਰਿਆ ਨਾ, ਸਾਡੇ ਤੈਨੂੰ ਦਰਸ਼ਨ ਹੋ ਜਾ ਕਰਨਗੇ। ਅਤੇ ਉਸ ਤਰ੍ਹਾਂ ਹੀ ਹੋਣ ਲੱਗ ਪਿਆ। ਫਿਰ ਉਹ ਜਿਹੜੇ ਸਨ ਕਲਕੱਤੇ ਜਾ ਵਸੇ, ਅਤੇ ਉੱਥੇ ਉਹਨਾਂ ਨੇ ਬੜੀ ਸੰਗਤ ਨਾਮ ਦਾ ਗੁਰਦੁਆਰਾ ਬਾਅਦ 'ਚ ਬਣਾਇਆ ਸੀ। ਇਸ ਤਰ੍ਹਾਂ ਹੀ ਪ੍ਰਚਾਰ ਕਰਦੇ ਕਰਦੇ ਕਈ ਸਾਲਾਂ ਬਾਅਦ ਵਾਪਸ ਆਏ, ਕਿਉਂਕਿ ਸੁਨੇਹਾ ਤਾਂ ਉੱਥੇ ਪਹੁੰਚਾ ਦਿਆ ਗਿਆ ਸੀ ਸ਼ਾਮ 'ਚ ਗੁਰੂ ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦੇ ਸਪੁੱਤਰ ਹੋਏ ਨੇ। ਉਹਨਾਂ ਨੇ ਉੱਥੋਂ ਹੀ ਨਾਮ ਦੱਸਤਾ ਸੀ ਵੀ ਇਹਦਾ ਨਾਂ ਗੋਬਿੰਦ ਰਾਏ ਰੱਖਣਾ ਹੈ। ਸੋ ਗੋਬਿੰਦ ਰਾਏ ਨਾਮ ਰੱਖ ਦਿੱਤਾ ਗਿਆ। ਗੁਰੂ ਮਹਾਰਾਜ ਕੁਝ ਸਮਾਂ ਵਾਪਸ ਪਟਨੇ ਰਹਿ ਕੇ ਪਰਿਵਾਰ ਨੂੰ ਉੱਥੇ ਹੀ ਛੱਡ ਕੇ ਆਪ ਵਾਪਸ ਆਨੰਦਪੁਰ ਸਾਹਿਬ 1671 ਈਸਵੀ 'ਚ ਆ ਗਏ। 1671 ਈਸਵੀ ਤੱਕ ਸਾਰੇ ਹਿੰਦੁਸਤਾਨ 'ਚ ਔਰੰਗਜ਼ੇਬ ਦਾ ਰਾਜ ਹੋ ਚੁੱਕਾ ਸੀ। ਰਾਜਿਆਂ ਦੇ ਆਪਣੇ ਆਪਣੇ ਸੁਭਾਅ ਹੁੰਦੇ ਨੇ, ਕੋਈ ਦਿਆਲੂ ਕਿਰਪਾਲੂ ਹੁੰਦਾ ਹੈ, ਕੋਈ ਭਾਈ ਥੋੜ੍ਹੇ ਸਖਤ ਸੁਭਾਅ ਹੁੰਦਾ ਹੈ। ਕਈ ਲੋਕ ਚਾਹੁੰਦੇ ਨੇ ਵੀ ਸਾਡਾ ਹੀ ਧਰਮ ਚੱਲੇ, ਬਾਕੀ ਸਾਰੇ ਖਤਮ ਹੋ ਜਾਣੇ ਚਾਹੀਦੇ ਨੇ। ਔਰੰਗਜ਼ੇਬ ਦਾ ਕੁਝ ਇਹੋ ਜਿਹਾ ਸੁਭਾਅ ਸੀ, ਉਹ ਚਾਹੁੰਦਾ ਸੀ ਸਾਰੇ ਮੁਸਲਮਾਨ ਹੋ ਜਾਣ। ਸਾਰੇ ਜਿੰਨੇ ਰਾਜੇ ਹੋਏ ਨੇ, ਤੁਸੀਂ ਵਰਲਡ ਹਿਸਟਰੀ ਪੜ੍ਹੋ, ਰਾਜੇ ਹਮੇਸ਼ਾ ਵਿਦਵਾਨਾਂ ਤੋਂ ਡਰਦੇ ਨੇ। ਸਾਡਾ ਹੁਣ ਵੀ ਰਾਜਾ ਜਿਹੜਾ ਵਿਦਵਾਨਾਂ ਤੋਂ ਡਰਦਾ, ਇਸ ਕਰਕੇ 80-90 ਵਿਦਵਾਨ ਜੇਲ੍ਹਾਂ ਡੱਕੇ ਹੋਏ ਨਾ, ਕੇਂਦਰ ਨੇ, ਸੈਂਟਰ ਨੇ। 80 ਸਾਲਾਂ ਦੇ ਵਿਚਾਰੇ ਉਹ ਜਿੰਨੇ ਵਿਦਵਾਨ ਸਨ, ਕਿਉਂਕਿ ਵਿਦਵਾਨਾਂ ਨੇ ਹੀ ਲੋਕਾਂ ਨੂੰ ਜਾਗਰਤ ਕਰਨਾ, ਅਤੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕ ਜਾਗਰਤ ਹੋਣ। ਇਸ ਲਈ ਜਿਹੜਾ ਜਾਗਰਤ ਕਰਦੇ ਨਾ, ਉਹਨੂੰ ਫੜ ਕੇ ਅੰਦਰ ਕਰ ਦਿੰਦੇ ਨੇ। ਔਰੰਗਜ਼ੇਬ ਨੂੰ ਪਤਾ ਲੱਗਾ ਕਿ ਹਿੰਦੁਸਤਾਨ ਸਭ ਤੋਂ ਵੱਧ ਜਿਹੜੇ ਵਿਦਵਾਨ ਲੋਕ ਨੇ, ਇਹ ਪੰਡਿਤ ਨੇ ਅਤੇ ਕਸ਼ਮੀਰ 'ਚ ਰਹਿੰਦੇ ਨੇ। ਇਸ ਲਈ ਉਹਨੇ ਕਿਹਾ ਵੀ ਇਹਨਾਂ ਨੂੰ ਮੁਸਲਮਾਨ ਬਣਾ ਲਓ, ਆਮ ਲੋਕ ਤਾਂ ਆਮ ਹੀ ਬਣ ਜਾਣਗੇ। ਆਮ ਲੋਕ ਜਦੋਂ ਵਿਦਵਾਨਾਂ ਦੇ ਮਗਰ ਇਹਨਾਂ ਨੇ ਲੱਗਣਾ ਹੈ, ਅਤੇ ਵਿਦਵਾਨਾਂ ਨੂੰ ਮੁਸਲਮਾਨ ਬਣਾ ਲਓ, ਆਮ ਲੋਕ ਤਾਂ ਆਪੇ ਹੀ ਬਣ ਜਾਣਗੇ। ਇਸ ਲਈ ਉੱਥੇ ਜ਼ਿਆਦਾ ਜ਼ੋਰ ਹੋ ਗਿਆ ਵੀ ਇਹਨਾਂ ਦੀ ਮਸੀਤਾਂ ਢਾਓ, ਇਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾਓ। ਜਜ਼ੀਆ ਟੈਕਸ ਦੁਬਾਰਾ ਲਾ ਦਿੱਤਾ ਗਿਆ ਹੈ। ਲੋਕ ਦੁਖੀ ਆ ਗਏ, ਕੁਦਰਤੀ ਗੱਲ ਹੈ। ਮੁਕਾਬਲਾ ਕਰਨ ਜੋਗੇ ਮਨੁੱਖ ਕਈ ਵਾਰੀ ਨਹੀਂ ਹੁੰਦਾ ਜੀ ਜ਼ਾਲਮ ਦਾ। ਫਿਰ ਉਹ ਬੇਨਤੀਆਂ ਹੀ ਕਰਦੇ ਨੇ ਆਪਣੇ ਗੁਰੂ ਪਰਮਾਤਮਾ ਅੱਗੇ। ਪੰਡਿਤ ਇਕੱਠੇ ਹੋ ਕੇ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਸ਼ਿਵ ਜੀ ਮਹਾਰਾਜ ਦੇ ਉੱਥੇ ਗੁਫਾ 'ਚ ਚਲੇ ਗਏ, ਅਮਰਨਾਥ ਗੁਫਾ ਜਿਹਨੂੰ ਕਹਿੰਦੇ ਨੇ। ਉੱਥੇ ਬੇਨਤੀ ਕੀਤੀ ਸਾਰਿਆਂ ਨੇ ਕਿ ਅਸੀਂ ਬਹੁਤ ਦੁਖੀ ਹਾਂ, ਸਾਡਾ ਧਰਮ ਬਦਲਿਆ ਜਾ ਰਿਹਾ ਹੈ, ਸਾਡੇ 'ਤੇ ਜ਼ੁਲਮ ਹੋ ਰਿਹਾ ਹੈ, ਤੁਸੀਂ ਸਾਡੀ ਰੱਖਿਆ ਕਰੋ ਸ਼ਿਵ ਜੀ ਮਹਾਰਾਜ। ਅਤੇ ਇਤਿਹਾਸ ਕਹਿੰਦੇ ਉੱਥੇ ਹੋਈ ਆਕਾਸ਼ਬਾਣੀ। ਆਕਾਸ਼ਬਾਣੀ ਹੋਈ ਕਿ ਤੁਸੀਂ ਅਨੰਦਪੁਰ ਸਾਹਿਬ ਜਾਓ, ਉੱਥੇ ਗੁਰੂ ਤੇਗ ਬਹਾਦਰ ਨੇ, ਸਿੱਖਾਂ ਦੇ ਗੁਰੂ, ਉਹ ਤੁਹਾਡੀ ਸਹਾਇਤਾ ਕਰਨਗੇ। ਸੋ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ 1675 ਈਸਵੀ ਨੂੰ ਕਾਫੀ ਸਾਰੇ ਪੰਡਿਤ ਗੁਰੂ ਮਹਾਰਾਜ ਦੇ ਦਰਬਾਰ 'ਚ ਆ ਗਏ ਨੇ। ਗੁਰੂ ਮਹਾਰਾਜ ਬੈਠੇ ਨੇ, ਬਾਕੀ ਸੰਗਤ ਹੀ ਬੈਠੀ ਹੈ, ਉਹ ਵੀ ਆ ਗਏ ਨੇ। ਉਹ ਆਪਣੇ ਦੁੱਖ ਦੱਸ ਰਹੇ ਨੇ ਵੀ ਸਾਡੇ ਨਾਲ ਇਸ ਤਰ੍ਹਾਂ ਹੋ ਰਹੀ ਹੈ, ਅਤੇ ਆਹ ਆਕਾਸ਼ਬਾਣੀ ਹੋਈ ਹੈ ਵੀ ਇਸ ਲਈ ਸਾਡੇ 'ਤੇ ਕਿਰਪਾ ਕਰੋ। ਗੁਰੂ ਮਹਾਰਾਜ ਸੋਚਣ ਲੱਗ ਪਏ ਨੇ ਵੀ ਕਿਵੇਂ ਹੋ ਸਕਦੇ ਇਹਨਾਂ ਦਾ ਦੁੱਖ ਦੂਰ। ਅਜੇ ਸੋਚ ਰਹੇ ਨੇ, ਇੰਨੇ ਚਿਰ ਨੂੰ ਗੋਬਿੰਦ ਰਾਏ ਜੀ ਜਿਹੜੇ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਬਣੇ, ਉਹ ਉਦੋਂ 9 ਸਾਲ ਦੇ ਸਨ। ਉਹ ਬਾਹਰੋਂ ਅੰਦਰ ਆ ਗਏ ਨੇ, ਦੇਖਿਆ ਵੀ ਪਿਤਾ ਜੀ ਵੀ ਗੰਭੀਰ ਨੇ, ਇਹ ਲੋਕ ਰੋ ਰਹੇ ਨੇ। ਉਹ ਪੁੱਛਦੇ ਨੇ ਗੋਬਿੰਦ ਰਾਏ ਜੀ ਵੀ ਪਿਤਾ ਜੀ ਇਹ ਰੋ ਕਿਉਂ ਰਹੇ ਨੇ, ਅਤੇ ਤੁਸੀਂ ਗੰਭੀਰ ਕਿਉਂ ਹੋ? ਗੁਰੂ ਮਹਾਰਾਜ ਸਾਰੀ ਗੱਲ ਦੱਸੇ ਵੀ ਕਾਕਾ ਆਹ ਗੱਲ ਹੈ। ਫਿਰ ਗੋਬਿੰਦ ਰਾਏ ਜੀ ਕਹਿੰਦੇ ਵੀ ਪਿਤਾ ਜੀ ਦਾ ਕੀ ਹੱਲ ਹੈ? ਕਹਿੰਦੇ ਕੋਈ ਮਹਾਨ ਆਤਮਾ ਕੁਰਬਾਨੀ ਦੇਵੇ ਨਾ, ਬਲੀਦਾਨ ਦੇਵੇ, ਫਿਰ ਇਹ ਜ਼ੁਲਮ ਹਟ ਸਕਦਾ ਹੈ। ਅਤੇ 9 ਸਾਲ ਦਾ ਬੱਚਾ ਕਹਿੰਦਾ ਪਿਤਾ ਜੀ
ਤੁਹਾਡੇ ਤੋਂ ਵੱਧ ਇਸ ਵੇਲੇ ਹੋਰ ਕੌਣ ਮਹਾਨ ਆਤਮਾ ਹੈ, ਤੁਸੀਂ ਹੀ ਜਾ ਕੇ ਕੁਰਬਾਨੀ ਦਿਓ। ਦੇਖੋ, ਕੋਈ ਸਮਾਂ ਸੀ ਦਸਮ ਪਾਤਸ਼ਾਹ ਨੇ ਆਪਣੇ ਬੱਚੇ ਤੋਰੇ, ਚਮਕੌਰ ਸਾਹਿਬ ਦੀ ਜੰਗ 'ਚ ਤਿਆਰ ਕਰਕੇ ਤੋਰੇ ਨਾ। ਆਪ ਦਸਮ ਪਾਤਸ਼ਾਹ ਆਪਣੇ ਪਿਤਾ ਨੂੰ ਤੋਰ ਰਹੇ ਹਨ। ਹਾਂ, ਪਹਿਲਾਂ ਪਿਤਾ ਨੂੰ ਤੋਰਿਆ ਹੈ, ਮਗਰ ਆਪਣੇ ਬੱਚਿਆਂ ਨੂੰ ਤੋਰਿਆ ਹੈ। ਬੜਾ ਔਖਾ ਹੈ। ਫਿਰ 9 ਸਾਲ ਦੇ ਬੱਚੇ ਨੂੰ ਇੰਨੀ ਸੋਝੀ ਹੋਣੀ ਹੈ ਵੀ ਤੁਹਾਡੇ ਤੋਂ ਵੱਧ ਫਿਰ ਇਸ ਵੇਲੇ ਹੋਰ ਕੌਣ ਹੈ, ਤੁਸੀਂ ਹੀ ਜਾ ਕੇ ਕੁਰਬਾਨੀ ਦਿਓ। ਅਤੇ ਗੁਰੂ ਮਹਾਰਾਜ ਨੇ ਸੋਚਿਆ ਕਿ ਮੇਰਾ ਪੁੱਤਰ ਹੁਣ ਮਗਰੋਂ ਕੌਮ ਦਾ ਭਾਰ ਸੰਭਾਲਣ ਦੇ ਯੋਗ ਹੋ ਗਿਆ ਹੈ, ਇਹ ਅਗਵਾਈ ਕਰ ਸਕਦਾ ਹੈ, ਇਹ ਮਗਰੋਂ ਜ਼ਿੰਮੇਵਾਰੀ ਸਾਂਭ ਸਕਦਾ ਹੈ। ਇਸ ਲਈ ਗੁਰੂ ਮਹਾਰਾਜ ਨੂੰ ਪਤਾ ਸੀ ਵੀ ਹੁਣ ਅਸੀਂ ਸ਼ਹੀਦ ਤਾਂ ਹੋਣਾ ਹੀ ਹੋਣਾ ਹੈ। ਤੋ ਬਾਬਾ ਬੁੱਢਾ ਜੀ ਦੀ ਬੰਸ ਦੇ ਵਿੱਚ ਉਸ ਵੇਲੇ ਜਿਹੜੇ ਸਨ, ਉਹਨਾਂ ਦੀ ਡਿਊਟੀ ਲਾਤੀ ਵੀ ਆ ਲੈ 5 ਪੈਸੇ ਨਾਰੀਅਲ, ਅਗਰ ਅਸੀਂ ਸ਼ਹੀਦ ਹੋ ਗਏ ਤਾਂ ਸਾਡੇ ਤੋਂ ਬਾਅਦ ਗੋਬਿੰਦ ਰਾਏ ਨੂੰ ਗੁਰਗੱਦੀ ਦਾ ਤਿਲਕ ਲਾ ਦੇਣਾ ਹੈ। ਸਾਰਾ ਪ੍ਰਬੰਧ ਕਰਕੇ ਫਿਰ ਤੁਰੇ, ਤਾਂ ਜੋ ਕੋਈ ਮਗਰੋਂ ਇਸ ਤਰ੍ਹਾਂ ਨਾ ਹੋਵੇ ਕੌਣ ਹੈ ਹੁਣ ਗੁਰੂ, ਜਿਵੇਂ 8ਵੇਂ ਪਾਤਸ਼ਾਹ ਤੋਂ ਬਾਅਦ ਹੋ ਗਿਆ ਸੀ। ਆਪ ਜੀ ਕੁਝ ਸਿੰਘਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਚੱਲ ਪਏ, ਕਿਉਂਕਿ ਦਿੱਲੀੋਂ ਸੁਨੇਹਾ ਆ ਗਿਆ। ਗੁਰੂ ਮਹਾਰਾਜ ਜਦੋਂ ਕਿਹਾ ਨਾ ਪੰਡਤਾਂ ਨੂੰ ਕਿ ਭਾਈ ਤੁਸੀਂ ਫਿਰ ਇਸ ਤਰ੍ਹਾਂ ਕਰੋ, ਤੁਸੀਂ ਦਿੱਲੀ ਸੁਨੇਹਾ ਭੇਜ ਦਿਓ, ਸਾਡਾ ਗੁਰੂ ਹੈ ਗੁਰੂ ਤੇਗ ਬਹਾਦਰ, ਜੇ ਉਹ ਮੁਸਲਮਾਨ ਬਣ ਜਾਏਗਾ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਇਹ ਲਿਖ ਕੇ ਭੇਜ ਦਿਓ। ਉਹਨਾਂ ਨੇ ਜਿਹੜਾ ਕਿਰਪਾ ਰਾਮ ਸੀ ਉਹ ਤਾਂ ਰਹਿ ਗਏ ਉੱਥੇ ਹੀ, ਜਿਹੜੇ ਲੀਡਰ ਸੀ। ਕਿਰਪਾ ਰਾਮ 'ਤੇ ਤਾਂ ਫਿਰ ਐਸੀ ਕਿਰਪਾ ਹੋਈ, ਦਸਮ ਪਾਤਸ਼ਾਹ ਵੇਲੇ ਉੱਥੇ ਰਿਹਾ। ਉਹ ਦਸਮ ਪਾਤਸ਼ਾਹ ਵੇਲੇ ਉਹਨੇ ਅੰਮ੍ਰਿਤ ਛਕ ਲਿਆ ਸੀ। ਹਾਂ, ਉਹਨੇ ਅੰਮ੍ਰਿਤ ਛਕ ਲਿਆ ਸੀ, ਅਤੇ ਲੜਾਈਆਂ ਦੇ ਵਿੱਚ ਵੀ ਉਹਨੇ ਜਿਹੜਾ ਹੈ ਹਿੱਸਾ ਲਿਆ ਕਿਰਪਾ ਰਾਮ ਨੇ ਬਾਅਦ 'ਚ। ਖੈਰ, ਕਿਰਪਾ ਰਾਮ ਤਾਂ ਉੱਥੇ ਰਹਿ ਗਿਆ। ਬਾਕੀ ਜਿਹੜੇ ਜਾ ਕੇ ਵਾਪਸ ਚਲੇ ਗਏ ਨੇ, ਉੱਥੇ ਜਿਹੜਾ ਸੀ ਗਵਰਨਰ ਉਸ ਵੇਲੇ, ਉਹਨੂੰ ਜਾ ਕੇ ਕਹਿਤਾ ਕਿ ਸਾਡਾ ਗੁਰੂ ਤੇਗ ਬਹਾਦਰ ਹੈ, ਅਤੇ ਉਹ ਜੋ ਮੁਸਲਮਾਨ ਬਣ ਜਾਣਗੇ ਅਸੀਂ ਸਾਰੇ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਉਹ ਸੌਖਾ ਹੋ ਗਿਆ ਵੀ ਚਲ ਇੱਕ ਨੂੰ ਬਣਾ ਲੈਣ, ਬਾਕੀ ਆਪੇ ਬਣ ਜਾਣਗੇ। ਉਹਨੇ ਦਿੱਲੀ ਚਿੱਠੀ ਲਿਖਤੀ ਹੈ, ਦਿੱਲੀੋਂ ਸੁਨੇਹਾ ਆ ਗਿਆ ਹੈ ਅਨੰਦਪੁਰ ਸਾਹਿਬ ਕਿ ਤੁਸੀਂ ਇੱਥੇ ਦਿੱਲੀ ਆਓ। ਗੁਰੂ ਮਹਾਰਾਜ ਕੁਝ ਸਿੰਘਾਂ ਨਾਲ ਲੈ ਕੇ, ਜਿਵੇਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਇਸ ਤਰ੍ਹਾਂ ਗੁਰੂ ਸਿੰਘਾਂ ਨਾਲ ਲੈ ਕੇ ਚੱਲ ਪਏ ਦਿੱਲੀ। ਰਾਹ 'ਤੇ ਪੜਾਅ ਕਰਦੇ ਹੋਏ ਰੋਪੜ ਠਹਿਰੇ, ਫਿਰ ਜਿਹੜਾ ਹੈ ਆਪਣਾ ਬਹਾਦਰਗੜ੍ਹ ਇੱਥੇ ਠਹਿਰੇ, ਫਿਰ ਪਟਿਆਲੇ ਵੀ ਦੇਖੋ ਆਏ, ਇੱਥੇ ਠਹਿਰੇ। ਫਿਰ ਇਸ ਤਰ੍ਹਾਂ ਕਰਦੇ ਕਰਦੇ ਆਗਰੇ ਪਹੁੰਚ ਗਏ। ਆਗਰੇ ਫਿਰ ਜਿਹੜਾ ਸੂਹੀਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਇਸ ਵੇਲੇ ਆਗਰੇ ਆਏ ਹੋਏ ਹਨ, ਸੋ ਦਿੱਲੀ ਤੋਂ ਪੁਲਿਸ ਆਈ ਅਤੇ ਉਹਨਾਂ ਨੂੰ ਜਿਹੜਾ ਫੜ ਕੇ ਦਿੱਲੀ ਲੈ ਗਈ। ਨਾਲ ਹੀ ਜਿਹੜੇ ਸਨ ਗੁਰੂ ਮਹਾਰਾਜ ਨੂੰ ਪਤਾ ਸੀ, ਉਹਨਾਂ ਨੇ ਭਾਈ ਜੈਤਾ ਜੀ ਅਤੇ ਇੱਕ ਹੋਰ ਨਾਲ ਸਿੰਘ ਸੀ, ਉਹਦੀ ਡਿਊਟੀ ਲਾਈ ਕਿ ਦੇਖੋ ਪੁਲਿਸ ਦਿੱਲੀ ਤੋਂ ਆ ਰਹੀ ਹੈ, ਅਸੀਂ ਉਹਨਾਂ ਨਾਲ ਜਾਣਾ, ਉਹਨਾਂ ਸਾਨੂੰ ਅਰੈਸਟ ਕਰ ਲੈਣਾ ਹੈ, ਤੁਸੀਂ ਇਸ ਤਰ੍ਹਾਂ ਕਰੋ ਮੁਸਲਮਾਨੀ ਭੇਸ ਬਣਾ ਲਓ, ਅਸੀਂ ਹੋਣਾ ਉੱਥੇ ਸ਼ਹੀਦ। ਅਤੇ ਜੈਤਾ ਜੀ ਨੇ ਕਹਿੰਦੇ ਭਾਈ ਸਾਡਾ ਜਿਹੜਾ ਸੀਸ ਹੈ ਨਾ, ਉਹ ਜਿਵੇਂ ਵੀ ਹੋਵੇ ਇਹ ਅਨੰਦਪੁਰ ਸਾਹਿਬ ਪਹੁੰਚਾਉਣਾ ਹੀ ਪਹੁੰਚਾਉਣਾ, ਇਹ ਉੱਥੇ ਸੜਕਾਂ 'ਤੇ ਰੁਲਣਾ ਨਹੀਂ ਚਾਹੀਦਾ ਹੈਗਾ। ਚਲੋ ਉਹਨਾਂ ਨੇ ਮੁਸਲਮਾਨੀ ਭੇਸ ਬਣਾ ਕੇ ਉਹ ਵੀ ਦਿੱਲੀ ਪਹੁੰਚ ਗਏ ਨੇ, ਅਤੇ ਗੁਰੂ ਮਹਾਰਾਜ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ, ਇਹ ਨਾਲ ਹੀ ਅਰੈਸਟ ਹੋ ਗਏ ਨੇ ਅਤੇ ਦਿੱਲੀ ਪਹੁੰਚ ਗਏ ਨੇ। 3 ਵਾਰ ਔਰੰਗਜ਼ੇਬ ਨੇ ਆਪਣੇ ਦਰਬਾਰ 'ਚ ਗੁਰੂ ਮਹਾਰਾਜ ਨੂੰ ਸੱਦਿਆ ਕਿ ਤੁਸੀਂ ਮੁਸਲਮਾਨ ਹੋ ਜਾਵੋ, ਜੇ ਤੁਸੀਂ ਮੁਸਲਮਾਨ ਨਹੀਂ ਹੋਵੋਗੇ ਫਿਰ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ। ਗੁਰੂ ਮਹਾਰਾਜ ਬਥੇਰਾ ਸਮਝਾਇਆ ਕਿ ਦੇਖ ਤੂੰ ਦੇਸ਼ ਦਾ ਰਾਜਾ ਹੈ, ਇਹ ਸਾਰੀ ਪ੍ਰਜਾ ਹੁਣ ਤੇਰੀ ਹੈ,
ਤੂੰ ਆਪਣੇ ਆਪ ਨੂੰ ਇਕੱਲਾ ਮੁਸਲਮਾਨਾਂ ਦਾ ਰਾਜਾ ਕਿਉਂ ਸਮਝਦਾ ਹੈ? ਹੁਣ ਮੰਨ ਲਓ ਹਿੰਦੁਸਤਾਨ ਹੈ, ਇੱਥੇ ਹਿੰਦੂ ਵੀ ਨੇ, ਸਿੱਖ ਵੀ ਨੇ, ਈਸਾਈ ਵੀ ਨੇ, ਮੁਸਲਮਾਨ ਵੀ ਨੇ। ਜਿਹੜਾ ਪ੍ਰਧਾਨ ਮੰਤਰੀ ਹੈ ਉਹ ਤਾਂ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਾ ਕਿ ਕਿਸੇ ਇੱਕ ਕੌਮ ਦਾ ਹੈ ਜਾਂ ਇੱਕ ਪਾਰਟੀ ਦਾ ਹੈ। ਮੁਸੀਬਤ ਕਦੋਂ ਸ਼ੁਰੂ ਹੁੰਦੀ ਹੈ? ਜਦੋਂ ਬੰਦਾ ਇੱਕ ਪਾਰਟੀ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਜਾਂ ਕਿਸੇ ਇੱਕ ਕੌਮ ਦਾ ਹੋ ਜਾਂਦਾ ਹੈ। ਉਦੋਂ ਦੂਜੀਆਂ ਕੌਮਾਂ 'ਤੇ ਜ਼ੁਲਮ ਹੋਣਾ ਹੀ ਹੋਣਾ। ਮੰਨ ਲਓ ਪੰਜਾਬ ਦਾ ਮੁੱਖ ਮੰਤਰੀ ਠੀਕ ਹੈ ਕਾਂਗਰਸ ਪਾਰਟੀ ਦਾ, ਪਰ ਇਸ ਵੇਲੇ ਤਾਂ ਸਾਰਾ ਪੰਜਾਬ ਉਹਦੇ ਕੋਲ ਹੈ ਨਾ। ਜੋ ਇਕੱਲਾ ਕਾਂਗਰਸ ਪਾਰਟੀ ਲਈ ਕੰਮ ਕਰੇ ਅਤੇ ਬਾਕੀ ਕਿਸੇ ਨੂੰ ਪੁੱਛੇ ਹੀ ਨਾ, ਤਾਂ ਫਿਰ ਉਹ ਕਾਹਦਾ ਪੰਜਾਬ ਦਾ ਹੋਇਆ ਹੈ? ਉਦੋਂ ਜੋ ਜਿੱਤ ਜਾਂਦਾ ਬੰਦਾ, ਫਿਰ ਸਾਰੇ ਦੇਸ਼ ਦਾ ਜਾਂ ਸਾਰੀ ਸਟੇਟ ਦਾ ਹੋ ਜਾਂਦਾ। ਉਹਨੇ ਤਾਂ ਗੁਰੂ ਮਹਾਰਾਜ ਸਮਝਾਇਆ ਕਿ ਤੂੰ ਰਾਜਾ ਹੈ, ਤੂੰ ਸਾਰੇ ਹਿੰਦੁਸਤਾਨ ਦਾ ਰਾਜਾ ਹੈ। ਹਿੰਦੂ ਵੀ ਰਹਿੰਦੇ ਨੇ, ਮੁਸਲਮਾਨ ਵੀ ਰਹਿੰਦੇ, ਅਸੀਂ ਵੀ ਰਹਿੰਦੇ ਹਾਂ, ਸਾਰੇ ਤੇਰੀ ਪ੍ਰਜਾ। ਅਤੇ ਤੂੰ ਆਪਣੀ ਪ੍ਰਜਾ ਨਾਲ ਠੀਕ ਸਲੂਕ ਕਰ, ਕਿਉਂ ਕਿਸੇ 'ਤੇ ਜ਼ੁਲਮ ਕਰਦਾ? ਰਾਜੇ ਜ਼ੁਲਮ ਕਰਨ ਲਈ ਥੋੜ੍ਹੇ ਹੁੰਦੇ ਨੇ, ਇਹ ਤਾਂ ਪ੍ਰਜਾ ਦੇ ਫਾਇਦੇ ਲਈ ਹੁੰਦੇ ਨੇ। ਅਤੇ ਤੂੰ ਉਲਟਾ ਜ਼ੁਲਮ ਕਰ ਰਿਹਾ ਹੈ, ਉਹਨਾਂ ਦੇ ਤੂੰ ਮੰਦਰ ਢਾਹ ਰਿਹਾ ਹੈ, ਉਹਨਾਂ ਦੇ ਤਿਲਕ ਜੰਝੂ ਤੂੰ ਲਾ ਰਿਹਾ ਹੈ, ਉਹਨਾਂ ਧੀਆਂ ਭੈਣ ਦੇ ਤੇਰੇ ਬੰਦੇ ਬੇਪਤੀ ਕਰ ਰਹੇ ਹਨ। ਵੀ ਇਹ ਕੋਈ ਰਾਜੇ ਦੇ ਕੰਮ ਥੋੜ੍ਹੇ ਨੇ। 3 ਵਾਰ ਵਿਚਾਰ ਵਟਾਂਦਰਾ ਹੋਇਆ, ਪਰ ਔਰੰਗਜ਼ੇਬ ਨਹੀਂ ਮੰਨਿਆ। ਕਹਿੰਦੇ ਜੇ ਤੁਸੀਂ ਮੁਸਲਮਾਨ ਨਾ ਹੋਏ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਏ। ਗੁਰੂ ਮਹਾਰਾਜ ਕਹਿੰਦੇ ਅਸੀਂ ਤਿਆਰ ਹਾਂ, ਅਸੀਂ ਨਹੀਂ ਮੁਸਲਮਾਨ ਬਣਨਾ, ਅਸੀਂ ਸ਼ਹੀਦ ਹੋਣ ਨੂੰ ਤਿਆਰ ਹਾਂ। ਔਰੰਗਜ਼ੇਬ ਨੇ ਸੋਚਿਆ ਵੀ ਜਿਹੜੇ ਨਾਲ 3 ਸਿੱਖ ਨੇ ਨਾ, ਪਹਿਲਾਂ ਇਹਨਾਂ ਨੂੰ ਤਸੀਹੇ ਦਈਏ, ਸ਼ਾਇਦ ਇਹਨਾਂ 'ਤੇ ਜ਼ੁਲਮ ਹੁੰਦਾ ਵੇਖ ਕੇ ਗੁਰੂ ਡਰ ਜਾਏ ਅਤੇ ਮੁਸਲਮਾਨ ਹੋ ਜਾਏ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਵਿਚਾਰਿਆਂ ਚੀਰ ਦਿੱਤਾ ਗਿਆ। ਉਸ ਵੇਲੇ ਮੁਸਲਮਾਨ ਵਿਦਵਾਨ ਵੀ ਉੱਥੇ ਖੜ੍ਹੇ ਸਨ, ਅਤੇ ਇੱਕ ਮੁਸਲਮਾਨ ਵਿਦਵਾਨ ਕਹਿੰਦਾ ਇਹ ਸਿੱਖ ਕੌਮ ਖਤਮ ਨਹੀਂ ਕੀਤੀ ਜਾ ਸਕਦੀ। ਹਾਂ ਵੀ ਇੰਨਾ ਵਿਚਾਲਿਓਂ ਆਰੇ ਨਾਲ ਚੀਰ ਦਿੱਤਾ ਅਤੇ ਕੋਈ ਸੀ ਨਹੀਂ ਕਰ ਰਿਹਾ, ਸਗੋਂ ਜਪਜੀ ਸਾਹਿਬ ਦਾ ਪਾਠ ਕਰੀ ਜਾ ਰਿਹਾ ਸਿੱਖ। ਕਹਿੰਦੇ ਕੌਮ ਖਤਮ ਨਹੀਂ ਕੀਤੀ ਜਾ ਸਕਦੀ। ਫਿਰ ਵਾਰੀ ਆਈ ਭਾਈ ਸਤੀ ਦਾਸ ਦੀ, ਉਹਨਾਂ ਰੂੰ 'ਚ ਲਪੇਟ ਕੇ ਅੱਗ ਲਾਤੀ ਵੀ ਇਹ ਤੜਫ ਤੜਫ ਕੇ ਮਰ ਜੇ। ਫਿਰ ਆਈ ਭਾਈ ਦਿਆਲਾ ਜੀ ਦੀ ਵਾਰੀ, ਉਹਨਾਂ ਨੂੰ ਉਬਲਦੇ ਪਾਣੀ 'ਚ ਉਬਾਲ ਕੇ ਸ਼ਹੀਦ ਕਰ ਦਿੱਤਾ। ਇਹ ਤਿੰਨੋਂ ਸ਼ਹੀਦ ਕਰ ਦਿੱਤੇ ਗਏ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਅਤੇ ਫਿਰ ਔਰੰਗਜ਼ੇਬ ਪੁੱਛਦਾ ਵੀ ਅਜੇ ਵੀ ਮੁਸਲਮਾਨ ਹੋ ਜਾਓ ਗੁਰੂ ਮਹਾਰਾਜ ਨੂੰ, ਨਹੀਂ ਤਾਂ ਤੁਹਾਡਾ ਇਹੀ ਹਾਲ ਕੀਤਾ ਜਾਊਗਾ ਜੇ ਤੁਹਾਡੇ ਸਿੱਖਾਂ ਦਾ। ਉਹ ਕਹਿੰਦੇ ਨਹੀਂ ਸਾਨੂੰ ਕੋਈ ਨਹੀਂ ਪਰਵਾਹ, ਅਸੀਂ ਮੁਸਲਮਾਨ ਨਹੀਂ ਹੋਣਾ, ਇਸ ਤਰ੍ਹਾਂ ਨਹੀਂ ਅਸੀਂ ਤੇਰੀ ਈਨ ਮੰਨਦੇ, ਤੂੰ ਜੋ ਕਰਨਾ ਕਰ ਲੈ। ਅਤੇ ਹੋ ਗਿਆ ਅਨਾਊਂਸਮੈਂਟ ਹੋ ਗਈ ਕੱਲ੍ਹ ਨੂੰ ਚਾਂਦਨੀ ਚੌਂਕ ਦੇ ਵਿੱਚ ਇਹ ਜਿਹੜਾ ਹੈ ਗੁਰੂ ਤੇਗ ਬਹਾਦਰ ਮਾਨ ਨੂੰ ਸ਼ਹੀਦ ਕੀਤਾ ਜਾਵੇਗਾ। ਹੁਣ ਭਾਈ ਜੈਤਾ ਜੀ ਨੂੰ ਅਤੇ ਇੱਕ ਹੋਰ ਉੱਥੇ ਗੁਰਮੁਖ ਪਿਆਰਾ ਸੀ ਭਾਈ ਲੱਖੀ ਸ਼ਾਹ ਵਣਜਾਰਾ, ਉਹਨਾਂ ਨੇ ਆਪਸ 'ਚ ਸਲਾਹ ਕੀਤੀ ਵੀ ਲੱਖੀ ਸ਼ਾਹ ਵਣਜਾਰਾ ਕਹਿੰਦਾ ਬਈ ਜੈਤਾ ਜੀ ਤੁਸੀਂ ਨਾ ਕਿਸੇ ਤਰ੍ਹਾਂ ਵੀ ਕੱਪੜੇ ਲੈ ਲਓ, ਗੁਰੂ ਮਹਾਰਾਜ ਦਾ ਸੀਸ ਕੱਪੜੇ ਲਪੇਟ ਕੇ ਨਾ ਬਸ ਨਿਕਲ ਜਾਣਾ ਤਾਂ ਭੀੜ 'ਚੋਂ, ਅਤੇ ਜਿਹੜਾ ਧੜ ਹੈ ਮੈਂ ਆਪੇ ਇਹ ਸੰਸਕਾਰ ਕਰ ਲਵਾਂਗਾ। ਸਕੀਮ ਬਣ ਗਈ। ਲੱਖੀ ਸ਼ਾਹ ਵਣਜਾਰਾ ਜਿਹੜਾ ਸੀ ਇਹ ਨਾ ਰਾਜਸਥਾਨ ਦੇ ਵਿੱਚ ਚੂਨਾ ਲੈ ਕੇ ਸੀ ਗੱਡਿਆਂ 'ਤੇ, ਇਹ ਬਹੁਤ ਵੱਡਾ ਵਪਾਰੀ ਸੀ। ਪਹਿਲਾਂ ਜਿੰਨੀਆਂ ਬਿਲਡਿੰਗਾਂ ਬਣਦੀਆਂ ਸੀ ਸੀਮਿੰਟ ਨਹੀਂ ਸੀ ਹੋਇਆ ਕਰਦਾ, ਚੂਨੇ ਤੋਂ ਬਣਾਇਆ ਕਰਦੇ ਸਨ, ਉਹਨੂੰ ਪੀਂਦੇ ਸਨ, ਬਣੇ ਹੋਏ ਸਨ। ਹਾਂਜੀ, ਅਤੇ ਉਹ ਚੂਨੇ ਨਾਲ ਬਿਲਡਿੰਗਾਂ ਬਣਦੀਆਂ। ਉਹ ਬਹੁਤ ਵੱਡਾ ਵਪਾਰੀ ਸੀ। ਉਹਨੇ ਕੀ ਕੀਤਾ, ਸਕੀਮ ਉਹਨੇ ਸਾਰੀ ਬਣਾ ਲਈ। ਚਲੋ ਜਦੋਂ ਹੋਏ ਸ਼ਹੀਦ ਗੁਰੂ ਮਹਾਰਾਜ, ਹਾਂਜੀ, ਪਰਮਾਤਮਾ ਨੇ ਕੀ ਕੀਤਾ, ਬਹੁਤ ਇੱਕ ਤਾਂ ਦੇਖੋ ਸਰਦੀਆਂ ਦਾ ਮੌਸਮ ਸੀ, ਉਦੋਂ 25 ਨਵੰਬਰ ਸੀ, ਅੰਗਰੇਜ਼ੀ ਤਰੀਕਾ 25 ਨਵੰਬਰ ਸੀ ਉਦੋਂ ਜਦੋਂ ਗੁਰੂ ਮਹਾਰਾਜ ਸ਼ਹੀਦ ਹੋਏ ਦਿੱਲੀ 'ਚ। ਸਰਦੀਆਂ ਦਾ ਮੌਸਮ ਹੈ, ਉੱਧਰੋਂ ਜ਼ੋਰ ਦੀ ਹਨੇਰੀ ਆ ਗਈ। ਉਦੋਂ ਕਿਹੜਾ ਗਲੀਆਂ ਪੱਕੀਆਂ ਹੁੰਦੀਆਂ ਸਨ, ਕੱਚੇ ਰਾਹ ਹੁੰਦੇ ਸਨ, ਉਹ ਮਿੱਟੀ ਉੱਡਣ ਲੱਗ ਪਈ।
ਜਿਹੜੇ ਸਨ ਪੁਲਿਸ ਵਾਲੇ ਜਿਹੜੇ ਹੋਰ ਡਿਊਟੀਆਂ ਦੇ ਲਾਏ ਸਨ ਦੇਖਣ ਲਈ, ਉਹ ਆਪਣਾ ਪਰਾਂ ਨੂੰ ਹੋ ਗਏ ਵੀ ਹੁਣ ਕਤਲ ਤਾਂ ਹੋ ਹੀ ਗਿਆ, ਹੁਣ ਦਾ ਕੀ ਇਹ ਤਾਂ ਕੰਮ ਨਿਬੜਿਆ। ਉਹ ਇੱਧਰ ਉੱਧਰ ਅੱਖਾਂ ਹਨੇਰੀ ਤੋਂ ਬਚਣ ਲਈ ਹੋ ਗਏ। ਭਾਈ ਜੈਤਾ ਜੀ ਨੂੰ ਮੌਕਾ ਮਿਲਿਆ, ਉਹਨਾਂ ਉਸੇ ਵੇਲੇ ਸੀਸ ਚੱਕਿਆ ਗੁਰੂ ਮਹਾਰਾਜ ਦਾ, ਕੱਪੜੇ ਲਪੇਟ ਕੇ ਅੱਗੇ ਜਾ ਕਿਸੇ ਟੋਕਰੇ 'ਚ ਰੱਖ ਕੇ ਸਤਿਕਾਰ, ਉਹ ਤਾਂ ਨਿਕਲ ਗਿਆ। ਤਾਂ ਉਹ ਵਿਚਾਰਾ ਦਿਨੇ ਜੰਗਲਾਂ 'ਚ ਛਿਪਿਆ ਰਹਿੰਦਾ ਸੀ, ਰਾਤ ਨੂੰ ਫਿਰ ਤੁਰਦਾ ਰਹਿੰਦਾ ਸੀ। ਇਸ ਤਰ੍ਹਾਂ ਕੁਝ ਦਿਨਾਂ ਬਾਅਦ ਉਹ ਤੇ ਅਨੰਦਪੁਰ ਸਾਹਿਬ ਸੀਸ ਲੈ ਕੇ ਦਸਮ ਪਾਤਸ਼ਾਹ ਕੋਲ ਚਲੇ ਗਏ। ਇੱਧਰੋਂ ਜਿਹੜਾ ਸੀ ਭਾਈ ਲੱਖੀ ਸ਼ਾਹ ਵਣਜਾਰਾ, ਇਹ ਕਈ ਗੱਡੇ ਜਿਹੜੇ ਸਨ ਇਹਦੇ ਕੋਲ ਸਨ, ਉਹਦੇ ਭਰੇ ਹੋਏ ਚੂਨੇ ਦੇ, ਉਹ ਲੈ ਕੇ ਆ ਗਿਆ। ਉਹ ਗੱਡਿਆਂ ਦੀ ਧੂੜ ਉੱਡੀ, ਕੁਝ ਹਨੇਰੀ ਸੀ, ਕੁਝ ਚੂਨਾ ਉੱਡਣ ਲੱਗ ਗਿਆ ਹਵਾ ਨਾਲ, ਗੱਡਿਆਂ ਰੱਖਿਆ ਚੂਨਾ। ਉਹ ਸਾਰੇ ਲੋਕ ਪਰਾਂ ਨੂੰ ਹੋ ਗਏ। ਉਹਨੇ ਆਪਣੇ ਬੰਦਿਆਂ ਨਾਲ ਲਾਇਆ, ਫਟਾਫਟ ਗੁਰੂ ਮਹਾਰਾਜ ਦਾ ਧੜ ਆਪਣੇ ਗੱਡੇ 'ਚ ਰੱਖਿਆ, ਉੱਤੋਂ ਢੱਕਿਆ ਅਤੇ ਆਪਣਾ ਜਿਹੜਾ ਹੈ ਘਰ ਲੈ ਗਿਆ। ਹੁਣ ਅਮੀਰ ਦਾ ਘਰ ਵੀ ਵੱਡਾ ਹੁੰਦਾ। ਉੱਥੇ ਜਿਹੜਾ ਹੈ ਉਹਨੇ ਜਾ ਕੇ ਉਹਨੇ ਸੋਚਿਆ ਵੀ ਹੁਣ ਕਿਵੇਂ ਕਰੀਏ, ਵੀ ਜੇ ਮੈਂ ਉਂਝ ਸੰਸਕਾਰ ਕਰਦਾ ਪਤਾ ਲੱਗੂ। ਉਹਨੇ ਘਰ ਦੇ ਵਿੱਚ ਰੱਖ ਕੇ ਨਾ ਗੁਰੂ ਮਹਾਰਾਜ ਦਾ ਧੜ ਸਾਰੇ ਘਰ ਨੂੰ ਹੀ ਅੱਗ ਲਾਤੀ। ਪਹਿਲਾਂ ਚੁੱਪ ਰਿਹਾ ਵੀ ਜੇ ਮੈਂ ਹੁਣੇ ਹੀ ਰੌਲਾ ਪਾਤਾ ਕਿਤੇ ਲੋਕ ਬੁਝਾ ਨਾ ਦੇਣ, ਕਿ ਉਹ ਤਗੜੇ ਬੰਦੇ ਦੀ ਮਦਦ 'ਤੇ ਵੀ ਤਾਂ ਛੇਤੀ ਲੋਕ ਆ ਜਾਂਦੇ ਨਾ। ਉਹ ਜਦੋਂ ਕਾਫੀ ਅੱਗ ਲੱਗ ਗਈ ਵੀ ਹੁਣ ਨਹੀਂ ਇਹ ਪਾਣੀ ਨਾ ਬੁਝ ਸਕਦਾ, ਫਿਰ ਉਹਨੇ ਰੌਲਾ ਪਾਉਣਾ ਸ਼ੁਰੂ ਕਰਤਾ, ਅੱਗ ਲੱਗ ਗਈ, ਅੱਗ ਲੱਗ ਗਈ, ਅੱਗ ਲੱਗ ਗਈ। ਇਹਨੇ ਚਿਰ ਨੂੰ ਜਿਹੜਾ ਸੀ ਉਹ ਜਿਹੜਾ ਸੀ ਧੜ ਦਾ ਜਿਹੜਾ ਸੰਸਕਾਰ ਹੋ ਗਿਆ ਹੈ। ਇਸ ਲਈ ਫਿਰ 2 ਗੁਰਦੁਆਰਾ ਸਾਹਿਬ ਬਣਾਏ ਗਏ, ਬਾਅਦ ਸਿੱਖਾਂ ਨੇ ਬਣਾਏ। ਇੱਕ ਸੀਸਗੰਜ ਗੁਰਦੁਆਰਾ ਜਿੱਥੇ ਜਿਹੜਾ ਹੈ ਆਪਣੇ ਗੁਰੂ ਮਹਾਰਾਜ ਦੇ ਸੀਸ ਸ਼ਹੀਦ ਕੀਤੇ ਗਏ, ਅਤੇ ਜਿੱਥੇ ਸੰਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ, ਗੁਰਦੁਆਰਾ ਸਾਹਿਬ ਰਕਾਬਗੰਜ। ਸੋ ਇਹ 2 ਇਤਿਹਾਸਕ ਗੁਰਦੁਆਰੇ ਉੱਥੇ ਨੇ। ਉਂਝ ਤਾਂ ਦਿੱਲੀ ਦੇ ਵਿੱਚ ਜਿਹੜੇ ਬਾਲਾ ਸਾਹਿਬ ਗੁਰਦੁਆਰਾ ਵੀ 8ਵੇਂ ਪਾਤਸ਼ਾਹ ਜਿੱਥੇ ਜਨਮ ਸਰੀਰ 'ਚ ਗਿਆ ਸੀ, ਅਤੇ ਜਿੱਥੇ ਉਹ ਰਿਹਾ ਕਰਦੇ ਸਨ ਉੱਥੇ ਵੀ ਬੰਗਲਾ ਸਾਹਿਬ ਹਨ। ਹਾਂ, ਸੋ ਬੜੇ ਸੋ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ 1621 ਈਸਵੀ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਪਾਤ ਜਨਮ ਹੋਇਆ ਹੈ, ਅਤੇ 1675 ਈਸਵੀ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਆਪਣਾ ਸਰੀਰ ਤਿਆਗਿਆ ਹੈ। ਸੋ ਸਾਰੀ ਉਮਰ ਹੀ ਉਹਨਾਂ ਦੀ ਸੰਘਰਸ਼ ਵਾਲੀ ਰਹੀ। ਹੁਣ ਇਹ ਹੈ ਕਿ ਆਪਣੇ ਕੋਲ ਥੋੜ੍ਹਾ ਜਿਹਾ ਸਮਾਂ ਰਹਿ ਗਿਆ। ਹੁਣ ਆਪਾਂ ਨੇ ਵਿਚਾਰ ਕਰਨੀ ਹੈ ਕਿ ਉਹਨਾਂ ਨੇ ਸਿੱਖਿਆ ਕੀ ਦਿੱਤੀ ਬਾਣੀ ਰਾਹੀਂ। ਵੈਸੇ ਤਾਂ ਗੁਰੂ ਦਾ ਜਿਹੜਾ ਜੀਵਨ ਹੈ, ਜਿੰਨੀਆਂ ਘਟਨਾਵਾਂ ਸੁਣਾਈਆਂ ਸਾਰੀਆਂ ਸਿੱਖਿਆ ਹੀ ਨੇ। ਭਾਈ ਦੱਗੋ ਦੀ ਘਟਨਾ ਸੁਣਾਈ ਤਾਂ ਸਿੱਖਿਆ ਹੀ ਹੈ। ਮੌਲੇ ਸ਼ਾਹ ਦੀ ਘਟਨਾ ਸੁਣਾਈ, ਉਹ ਵੀ ਇੱਕ ਸਿੱਖਿਆ ਹੀ ਹੈ। ਜਿੰਨੀਆਂ ਵੀ ਘਟਨਾਵਾਂ ਜ਼ਿੰਦਗੀ 'ਚ ਵਾਪਰਦੀਆਂ ਮਹਾਂਪੁਰਖਾਂ ਦੇ, ਗੁਰੂਆਂ ਪੀਰਾਂ ਦੇ, ਉਹ ਸਭ ਸਿੱਖਿਆ ਦਾਇਕ ਹੀ ਹੁੰਦੀਆਂ ਹਨ। 9ਵੇਂ ਪਾਤਸ਼ਾਹ ਆਪਣੀ ਬਾਣੀ 'ਚ ਲਿਖਦੇ ਨੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ। ਸਾਧੂ ਇੰਨਾ ਚੰਗਾ, ਬੜੇ ਸੋਹਣੇ ਸ਼ਬਦ ਵਰਤੇ ਨੇ ਸਾਡੇ ਲਈ ਵੀ ਹੇ ਭਲੇ ਪੁਰਸ਼ੋ ਆਪਣਾ ਹੰਕਾਰ ਛੱਡੋ। ਇਹ ਨਹੀਂ ਕਿਹਾ ਨਕੰਮੇ ਹੋ, ਨਲਾਇਕ ਹੋ, ਹੰਕਾਰ ਛੱਡੋ, ਨਹੀਂ, ਫਿਰ ਵੀ ਕਿਹਾ ਸਾਧੂ। ਬੜੀ ਰਿਫਾਈਨਡ ਲੈਂਗੁਏਜ ਵਰਤੀ ਹੈ। ਹਾਂਜੀ, ਸਤਿਕਾਰਯੋਗ ਸ਼ਬਦ ਹੈ ਨਾ। ਸਾਧੋ ਮਨ ਕਾ ਮਾਣ ਤਿਆਗੋ, ਹੇ ਭਾਈ ਆਪਣੇ ਮਨ ਦਾ ਹੰਕਾਰ ਛੱਡੋ, ਕਿਉਂਕਿ ਜਿੰਨਾ ਚਿਰ ਅਸੀਂ ਹੰਕਾਰ ਨਹੀਂ ਛੱਡਦੇ ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿੱਥੇ ਹਉਮੈ ਹੋਏਗੀ ਉੱਥੇ ਪਰਮਾਤਮਾ ਨਹੀਂ ਵਸ ਸਕਦਾ ਹੈਗਾ, ਉੱਥੇ ਦੇ ਨਾਮ ਦਾ ਵਾਸਾ ਨਹੀਂ ਹੁੰਦਾ ਹੈ। ਇਸ ਲਈ ਹਉਮੈ ਛੱਡਣੀ ਪੈਂਦੀ ਹੈ। ਹਉਮੈ ਬੰਦਾ ਉਦੋਂ ਛੱਡਦਾ ਹੈ ਜਦੋਂ ਉਹਨੂੰ 100% ਵਿਸ਼ਵਾਸ ਹੋ ਜਾਏ ਕਿ ਜੋ ਕੁਛ ਵੀ ਮੇਰੇ ਕੋਲੇ ਹੈ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਜਿੰਨਾ ਚਿਰ 100% ਇਸ ਗੱਲ 'ਤੇ ਵਿਸ਼ਵਾਸ ਨਹੀਂ ਹੁੰਦਾ ਕਿਸੇ ਨੂੰ, ਉਹਨਾਂ ਚਿਰ ਹਉਮੈ ਨਹੀਂ ਛੱਡੇਗਾ। ਜੋ ਅਮੀਰ ਹੈ ਹਉਮੈ ਕਰੇਗਾ ਆਪਣੀ ਅਮੀਰੀ ਦੀ, ਕਿ ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਤਾਂ ਅਮੀਰ ਹੋਇਆ। ਉਹ ਜੇ ਰਾਜ ਭਾਗ ਮਿਲ ਗਿਆ ਤਾਂ ਹਉਮੈ ਕਰਦਾ, ਮੈਨੂੰ ਬੜੇ ਵਧੀਆ ਲੈਕਚਰ ਕਰਨੇ ਹੁੰਦੇ, ਮੈਂ ਬੜਾ ਚਲਾਕ ਹਾਂ, ਮੈਂ ਬੜਾ ਲੋਕਾਂ ਨੂੰ ਮਗਰ ਲਾਉਣ ਜਾਣਦਾ ਹਾਂ, ਮੈਂ ਪੈਸੇ ਦੇ ਕੇ ਇਲੈਕਸ਼ਨ ਜਿੱਤ ਗਿਆ ਹਾਂ, ਹਉਮੈ ਰਹਿੰਦੀ। ਮੈਂ
ਧਰਮ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਲਿਆਉਂਦੇ ਕਿ ਜੋ ਕੁਛ ਤੁਹਾਡੇ ਕੋਲ ਹੈ ਇਹ ਤਾਂ ਪਰਮਾਤਮਾ ਦਾ ਦਿੱਤਾ ਹੋਇਆ ਹੈ, ਅਤੇ ਕਿਸੇ ਦੇ ਦਿੱਤੇ ਹੋਏ 'ਤੇ ਅਸੀਂ ਹੰਕਾਰ ਨਹੀਂ ਕਰ ਸਕਦੇ। ਅਸੀਂ ਆਪਣੀ ਚੀਜ਼ 'ਤੇ ਤਾਂ ਹੰਕਾਰ ਕਰ ਸਕਦੇ ਹਾਂ, ਪਰ ਜਿਹੜੀ ਸਾਨੂੰ ਕਿਸੇ ਨੇ ਦਿੱਤੀ ਹੈ ਉਸ 'ਤੇ ਅਸੀਂ ਹੰਕਾਰ ਨਹੀਂ ਕਰ ਸਕਦੇ। ਅਤੇ ਜਦੋਂ ਇਹ ਗਿਆਨ ਹੋ ਜਾਏਗਾ ਕਿ ਮੇਰਾ ਸਰੀਰ ਹੀ ਮੇਰਾ ਨਹੀਂ, ਇਹ ਵੀ ਪਰਮਾਤਮਾ ਦਿੱਤਾ ਹੋਇਆ, ਅਤੇ ਜੇ ਮੈਂ ਬੋਲ ਰਿਹਾ ਇਹ ਬੋਲਣ ਦੀ ਦਾਤ ਵੀ ਪਰਮਾਤਮਾ ਨੇ ਦਿੱਤੀ, ਉਹ ਕਿਸੇ ਵੇਲੇ ਮੈਨੂੰ ਗੂੰਗਿਆਂ ਕਰ ਸਕਦਾ। ਜੇ ਮੈਂ ਦੇਖ ਰਿਹਾ ਹਾਂ ਇਹ ਵੀ ਉਹਦੀ ਦਾਤ ਹੈ, ਉਹ ਕਿਸੇ ਵੇਲੇ ਮੈਨੂੰ ਅੰਨ੍ਹਿਆਂ ਕਰ ਸਕਦਾ ਹੈ, ਕੁਛ ਵੀ ਕਰ ਸਕਦਾ, ਉਹਦੀਆਂ ਦਾਤਾਂ ਨੇ। ਸਾਡਾ ਆਪਣਾ ਕੁਛ ਨਹੀਂ ਹੈ। ਜੇ ਦਿਮਾਗ ਦਿੱਤਾ ਤਾਂ ਪਰਮਾਤਮਾ ਨੇ ਦਿੱਤਾ, ਦਿਮਾਗ ਦਿੱਤਾ, ਮਿਹਨਤ ਦੀ ਆਦਤ ਦਿੱਤੀ, ਬੰਦਾ ਪੜ੍ਹ ਗਿਆ, ਅੱਗੇ ਨੌਕਰੀਆਂ ਕਰ ਗਿਆ, ਕਿਸੇ ਨੂੰ ਵਪਾਰ ਦੀ ਕਲਾ ਦਿੱਤੀ ਹੈ, ਉਹ ਵਪਾਰੀ ਬਣ ਗਿਆ, ਅਮੀਰ ਹੋ ਗਿਆ ਹੈ। ਸਭ ਕੁਛ ਪਰਮਾਤਮਾ ਦਾ ਦਿੱਤਾ ਹੋਇਆ ਹੈ। ਜਦੋਂ ਕਿਸੇ ਨੂੰ 100% ਵਿਸ਼ਵਾਸ, ਦੇਖੋ ਗਿਆਨ ਹੋਣਾ ਹੋਰ ਗੱਲ ਹੈ, ਗਿਆਨ ਮੈਨੂੰ ਹੈ ਅਤੇ ਗਿਆਨ ਤੁਹਾਨੂੰ ਵੀ ਹੈ। ਕਿ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਦੀ 6ਵੀਂ ਅਸ਼ਟਪਦੀ ਤੁਸੀਂ ਪੜ੍ਹੋ, ਸੁਖਮਨੀ ਸਾਹਿਬ ਦੀ, ਉਹ 'ਚ ਸਭ ਕੁਝ ਲਿਖਿਆ ਹੋਇਆ ਵੀ ਹੇ ਇਨਸਾਨ ਜੋ ਕੁਛ ਤੇਰੇ ਕੋਲ ਹੈ ਇਹ ਤਾਂ ਸਭ ਪਰਮਾਤਮਾ ਦਾ ਦਿੱਤਾ ਹੋਇਆ। ਹੁਣ ਪੰਚਮ ਪਾਤਸ਼ਾਹ ਕਹਿੰਦੇ ਨੇ ਸਾਡਾ ਫਰਜ਼ ਬਣਦਾ ਉਸ 'ਤੇ ਵਿਸ਼ਵਾਸ ਕਰਨਾ, ਕਿ ਪੰਚਮ ਪਾਤਸ਼ਾਹ ਕਹਿੰਦੇ ਨੇ ਅਤੇ ਫਿਰ ਠੀਕ ਹੀ ਕਹਿੰਦੇ ਨੇ। ਜਦੋਂ ਵਿਸ਼ਵਾਸ ਹੈਗਾ ਫਿਰ ਇਹ ਹਮੈ ਛੱਡੇਗਾ। ਫਿਰ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਦੁਰਜਨ ਹਿੰਦੀ ਦਾ ਸ਼ਬਦ ਹੈ, ਭੈੜਾ ਵਿਅਕਤੀ, ਦੁਰ ਭੈੜੇ ਨੂੰ ਕਹਿੰਦੇ ਨੇ। ਭੈੜੇ ਵਿਅਕਤੀਆਂ ਦੀ ਅਤੇ ਕਾਮ ਕ੍ਰੋਧ ਦੀ ਕਹਿੰਦੇ ਸੰਗਤ ਛੱਡ ਦਿਓ, ਕਿਉਂਕਿ ਕਾਮ ਕ੍ਰੋਧ ਨੂੰ ਬਹੁਤ ਵੱਡਾ ਨੁਕਸਾਨਦਾਇਕ ਸਰੀਰ ਲਈ ਗਿਣਿਆ ਗਿਆ। ਕਾਮ ਕ੍ਰੋਧ ਕਾਇਆ ਕੋ ਗਲ, ਜਿਉਂ ਕੰਚਨ ਸੁਹਾਗਾ ਢਲ। ਸੁਨਿਆਰਿਆਂ ਦੇ ਕੋਲ ਇੱਕ ਪਾਊਡਰ ਜਿਹਾ ਹੁੰਦਾ ਜਿਹਨੂੰ ਸੁਹਾਗਾ ਕਹਿੰਦੇ ਨੇ। ਜਦੋਂ ਸੋਨੇ ਨੂੰ ਗਾਲਣਾ ਹੁੰਦਾ, ਪਿਘਲਾਉਣਾ ਹੁੰਦਾ, ਫਿਰ ਉਸ ਸੁਹਾਗੇ ਦੀ ਵਰਤੋਂ ਕਰਦੇ। ਕਿ ਖੇਤਾਂ 'ਚ ਫੇਰਨ ਵਾਲਾ ਸੁਹਾਗਾ ਨਹੀਂ ਸਮਝ ਲੈਣਾ, ਉਹਨਾਂ ਕੋਲ ਪਾਊਡਰ ਹੁੰਦਾ, ਉਹਦੇ ਨਾਲ ਸੋਨਾ ਪਿਘਲ ਜਾਂਦਾ ਸਾਰਾ ਕੁਛ, ਅਤੇ ਉਹਦੇ ਨਾਲ ਫਿਰ ਸਾਫ਼ ਕਰ ਲੈਂਦੇ ਨੇ। ਕਹਿੰਦੇ ਜਿਵੇਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਨਾ, ਐਂ ਕਾਮ ਅਤੇ ਕ੍ਰੋਧ ਸਰੀਰ ਦਾ ਨਾਸ਼ ਕਰ ਦਿੰਦੇ ਨੇ। ਇਸ ਲਈ ਕਹਿੰਦੇ ਕਾਮ ਕ੍ਰੋਧ ਅਤੇ ਮਾੜੇ ਲੋਕਾਂ ਦੀ ਸੰਗਤ ਤੋਂ ਕਹਿੰਦੇ ਦਿਨ ਰਾਤ ਐਨਸ ਹੁੰਦਾ, ਦਿਨ ਰਾਤ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ, ਬਚ ਕੇ ਰਹਿਣਾ ਚਾਹੀਦਾ ਹੈ। ਅੱਗੇ ਗੁਰੂ ਮਹਾਰਾਜ ਕਹਿੰਦੇ ਸਾਧੋ ਗੋਬਿੰਦ ਕੇ ਗੁਣ ਗਾਵੋ, ਹੇ ਭਲੇ ਪੁਰਸ਼ੋ ਪਰਮਾਤਮਾ ਦੇ ਗੁਣ ਗਾਓ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਹ ਮਨੁੱਖਾ ਜੀਵਨ ਅਮੋਲਕ ਹੈ, ਕਿਉਂਕਿ ਮੁੱਲ ਨਹੀਂ ਮਿਲਦਾ, ਇਹ ਮੁੱਲ ਨਹੀਂ ਮਿਲਦਾ, ਇਹ ਤਾਂ ਅਮੋਲਕ ਹੈ, ਇਹ ਤਾਂ ਮਸਾਂ ਮਿਲਿਆ। ਇਹ ਤਾਂ ਧਰਮ ਅਨੁਸਾਰ 83,99,999 ਜੂਨਾਂ ਦੇ ਵਿੱਚੋਂ ਅਸੀਂ ਲੰਘ ਕੇ ਫਿਰ ਮਨੁੱਖ ਬਣੇ ਹਾਂ। ਇੰਨਾ ਅਮੋਲਕ ਹੈ, ਅਤੇ ਕਹਿੰਦੇ ਇਹਨੂੰ ਐਵੇਂ ਕਿਉਂ ਗਵਾ ਰਹੇ ਹੋ। ਪਰਮਾਤਮਾ ਦੇ ਗੁਣ ਗਾਓ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਹਨੂੰ ਕਿਉਂ ਵਿਰਥ ਗਵਾ ਰਹੇ ਹੋ, ਨਾਮ ਜਪ ਕੇ ਇਹਨੂੰ ਸਫਲਾ ਕਰੋ। ਫਿਰ ਕਹਿੰਦੇ ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸੰਬਲ ਸਭ ਹਰ ਰੇ। ਕਸੰਬਲ ਹੁੰਦਾ ਪਾਪ, ਹਰ ਹੁੰਦਾ ਦੂਰ ਕਰਨਾ। ਪਰਮਾਤਮਾ ਦਾ ਨਾਮ ਕਹਿੰਦੇ ਹੈਗਾ ਪਵਿੱਤਰ, ਪਾਵਨ ਮੈਨੇ ਪਵਿੱਤਰ। ਪਾਵਨ ਨਾਮ ਜਗਤ ਮੈਂ ਹਰ ਕੋ, ਇਸ ਸੰਸਾਰ 'ਚ ਪਰਮਾਤਮਾ ਦਾ ਨਾਮ ਪਵਿੱਤਰ ਹੈ। ਸਿਮਰ ਸਿਮਰ, ਪਰਮਾਤਮਾ ਦਾ ਨਾਮ ਜਪ 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 ਕੇ ਕਸੰਬਲ ਸਭ ਹਾਰੇ, ਸਾਰੇ ਆਪਣੇ ਪਾਪ ਦੂਰ ਕਰ ਲਵੋ। ਪਾਪ ਮਨੁੱਖ ਤੋਂ ਪਿਛਲੇ ਜਨਮਾਂ 'ਚ ਇਸ ਜਨਮ 'ਚ ਹੁੰਦੇ ਰਹਿੰਦੇ ਨੇ, ਸਾਡੇ ਤੋਂ ਪਾਪ ਪੁੰਨ ਹੁੰਦੇ ਰਹਿੰਦੇ ਨੇ। ਉਹ ਤਾਂ ਬਹੁਤ ਘੱਟ ਲੋਕ ਨੇ ਜਿਹਨਾਂ ਤੋਂ ਕਦੇ ਪਾਪ ਨਾ ਹੋਇਆ ਹੋਵੇ, ਨਹੀਂ ਤਾਂ ਕੁਛ ਨਾ ਕੁਛ ਤਾਂ ਹੋ ਹੀ ਜਾਂਦਾ, ਪਾਪ ਪੁੰਨ ਚੱਲਦੇ ਨੇ। ਇਸ ਲਈ ਕਹਿੰਦੇ ਫਿਰ ਉਹ ਪਾਪਾਂ ਕਾਰਨ ਹੀ ਸਾਰੀ ਸਜ਼ਾ ਮਿਲਣੀ ਹੈ, ਦੁੱਖ ਮਿਲਣੇ ਨੇ। ਕਹਿੰਦੇ ਤੁਸੀਂ ਪਰਮਾਤਮਾ ਦਾ ਨਾਮ ਹੈਗਾ ਪਾਵਨ ਪਵਿੱਤਰ। ਦੇਖੋ ਪਵਿੱਤਰ ਨੇ ਹੀ ਦੂਜੇ ਨੂੰ ਪਵਿੱਤਰ ਕਰਨਾ, ਸਾਫ਼ ਨੇ ਹੀ ਦੂਜੇ ਨੂੰ ਸਾਫ਼ ਕਰਨਾ, ਗੰਦੇ ਨੇ ਦੂਜੇ ਨੂੰ ਕਿੱਥੇ ਸਾਫ਼ ਕਰਨਾ। ਸਾਬਣ ਹੈ, ਸਾਬਣ ਕੱਪੜੇ ਨੂੰ ਸਾਫ਼ ਕਰਦਾ, ਪਰ ਸਾਬਣ ਆਪ ਮੈਲਾ ਨਹੀਂ ਹੁੰਦਾ,
ਜੇ ਸਾਬਣ ਆਪ ਹੀ ਮੈਲਾ ਕੱਪੜੇ ਕਿੱਥੋਂ ਸਾਫ਼ ਕਰੇਗਾ। ਪਰਮਾਤਮਾ ਪਵਿੱਤਰ ਹੈ, ਉਹਦਾ ਨਾਮ ਵੀ ਪਵਿੱਤਰ ਹੈ, ਅਤੇ ਜਿਹੜਾ ਉਹਦਾ ਨਾਮ ਜਪਦਾ ਉਹ ਨਾਮ ਉਸ ਨੂੰ ਵੀ ਪਵਿੱਤਰ ਕਰ ਦਿੰਦਾ ਹੈ, ਸਾਰੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਆਪੇ ਹੀ ਸਾਡੇ ਫਿਰ ਦੁੱਖ ਖਤਮ ਹੋ ਜਾਏ। ਜੇ ਪਾਪ ਹੀ ਨਾਸ਼ ਹੋ ਗਏ, ਉਹਨਾਂ ਬਦਲੇ ਜਿਹੜੇ ਦੁੱਖ ਮਿਲਣੇ ਸਨ ਆਪੇ ਖਤਮ ਹੋ ਜਾਏ, ਜੀਵਨ ਸੁਖੀ ਹੋ ਜਾਂਦਾ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਦਾਰਾ ਮੈਨੇ ਪਤਨੀ ਅਤੇ ਮੀਤ ਮੈਨੇ ਮਿੱਤਰ। ਕਹਿੰਦੇ ਸੰਸਾਰ ਜਿਹੜੀ ਮੈਂ ਪ੍ਰੀਤ ਵੇਖੀ ਨਾ ਲੋਕਾਂ ਦੀ, ਝੂਠੀ ਹੈ, ਕਿਉਂਕਿ ਜਿਹੜੇ ਤੁਹਾਨੂੰ ਪਿਆਰ ਕਰ ਰਹੇ ਨੇ ਉਹ ਆਪਣੇ ਸੁੱਖ ਲਈ ਕਰ ਰਹੇ ਨੇ, ਉਹ ਆਪਣੇ ਫਾਇਦੇ ਲਈ ਕਰ ਰਹੇ ਨੇ, ਉਹਨਾਂ ਦਾ ਮਗਰ ਕੋਈ ਸਵਾਰਥ ਹੈ। ਮਨੁੱਖ ਸਵਾਰਥ ਕਾਰਨ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਜੇ ਸਵਾਰਥ ਹੀ ਨਾ ਰਹੇ, ਟੁੱਟ ਫੁੱਟ ਹੋ ਜਾਂਦੀ ਹੈ। ਆਪਾਂ ਇੱਕ ਦੂਜੇ ਨਾਲ ਰਿਸ਼ਤੇਦਾਰੀ, ਦੋਸਤ, ਜੋ ਕੁਛ ਵੀ ਹੈ, ਇਹ ਸਵਾਰਥ ਕਰਨ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਪਰ ਕਹਿੰਦੇ ਇਹ ਪ੍ਰੀਤ ਝੂਠੀ ਹੈ। ਜਦੋਂ ਮੁਸੀਬਤ ਪੈਂਦੀ ਹੈ ਬੰਦੇ 'ਤੇ, ਫਿਰ ਬਹੁਤ ਛੱਡ ਜਾਂਦੇ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛੱਡਤ, ਕੋ ਨਾ ਆਵਤ ਨੇਰ। ਇਹ ਤਾਂ ਜਿੰਨਾ ਚਿਰ ਸੁੱਖ ਹੈ ਬਸ ਉਹਨਾਂ ਚਿਰ ਹੀ ਸਾਰੇ ਸਾਥੀ ਨੇ, ਬਾਕੀ ਫਿਰ ਨਾ ਪਤਨੀ ਅਤੇ ਨਾ ਮਿੱਤਰ, ਇਹ ਸਦਾ ਨਹੀਂ ਰਹਿਣੇ। ਕਹਿੰਦੇ ਇਹਨਾਂ ਸਦਾ ਤੁਹਾਡਾ ਸਾਥ ਨਹੀਂ ਦੇਣਾ। ਇਹ ਹੁਣ ਕਿੰਨੀਆਂ ਬੀਬੀਆਂ ਨੇ ਤਲਾਕ ਦੇ ਜਾਂਦੀਆਂ ਨੇ, ਨਹੀਂ ਨਾ ਸਾਥ ਦਿੱਤਾ ਫਿਰ ਸਾਰੀ ਉਮਰ ਦਾ, ਹਾਂ ਸਾਰੇ ਨਹੀਂ ਦਿੱਤਾ ਤਾਂ ਸਾਰੀ ਉਮਰ ਦਾ ਸਾਥ। ਕਰ ਸਾਧ ਸੰਗਤ ਸਿਮਰ ਮਾਧੋ, ਹੋਹੇ ਪਤਿਤ ਪਨੀਤ। ਹੇ ਭਾਈ ਤੂੰ ਪਾਪੀ ਹੈ, ਭਾਵੇਂ ਤੂੰ ਹੁਣ ਹੋਣਾ ਪਵਿੱਤਰ, ਅਤੇ ਕੀ ਕਰ, ਦੋ ਕੰਮ ਕਰ। ਇੱਕ ਤਾਂ ਸਤ ਸੰਗਤ ਕਰ, ਦੂਜਾ ਸਿਮਰਨ ਕਰ। ਤੂੰ ਭਲੇ ਲੋਕਾਂ ਦੀ ਸੰਗਤ ਕਰੇਗਾ, ਮਾੜੇ ਕੰਮ ਨਹੀਂ ਕਰੇਗਾ, ਸਿਮਰਨ ਕਰੇਗਾ, ਜਿਹੜੇ ਪਹਿਲਾਂ ਮਾੜੇ ਕੰਮ ਹੋ ਗਏ ਨੇ ਉਹ ਉਹਨਾਂ ਦਾ ਅਸਰ ਖਤਮ ਹੋ ਜਾਏਗਾ। ਸਤ ਸੰਗਤ ਇਸ ਲਈ ਕਿਹਾ ਕਿ ਭਲੇ ਲੋਕਾਂ ਦੀ ਸੰਗਤ ਕਰੋ, ਨਾਮ ਜਪਣ ਵਾਲੇ ਸੰਗਤ ਕਰੋ, ਤਾਂ ਜੋ ਅੱਗੇ ਤੋਂ ਮਾੜੇ ਕੰਮ ਨਾ ਕੀਤੇ ਜਾਣ। ਕਿਉਂ ਜਿਹੋ ਜਿਹੀ ਸੰਗਤ 'ਚ ਅਸੀਂ ਰਹਾਂਗੇ, ਹੌਲੀ ਹੌਲੀ ਅਸੀਂ ਉਹੋ ਜਿਹੇ ਹੋ ਜਾਵਾਂਗੇ। ਕੁਸੰਗੀਆਂ 'ਚ ਰਹਿ ਕੇ ਤਾਂ ਫਿਰ ਅਸੀਂ ਵੀ ਕੁਸੰਗੀ ਹੀ ਹੋਵਾਂਗੇ ਨਾ। ਸਤ ਸੰਗੀਆਂ 'ਚ ਰਹੋ, ਨਾਲ ਨਾਮ ਜਪੋ। ਕਹਿੰਦੇ ਸਾਰੇ ਜਿਹੜੇ ਪਾਪ ਨੇ ਖਤਮ ਹੋਏ, ਪਤਿਤ ਪਨੀਤ। ਤੂੰ ਪਤਿਤ ਤੋਂ ਵੀ ਪਨੀਤ ਹੋ ਜਾਏਗਾ। ਅਤੇ ਅਖੀਰਲੇ ਸ਼ਲੋਕ ਜਿਹੜੇ ਆਉਂਦੇ ਨਾ, ਭੋਗ ਦੇ ਸ਼ਲੋਕ, ਉੱਥੇ ਗੁਰੂ ਮਹਾਰਾਜ ਨੇ ਗੱਲ ਹੀ ਨਿਬੇੜਤੀ ਹੈ। ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਹੈ ਇਨਸਾਨ, ਜੇ ਤੂੰ ਪਰਮਾਤਮਾ ਦੇ ਗੁਣ ਨਹੀਂ ਨਾ ਗਾਏਗਾ, ਸਮਝ ਤੂੰ ਆਪਣਾ ਸਾਰਾ ਜੀਵਨ ਹੀ ਵਿਅਰਥ ਕਰ ਲਿਆ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਜੀਵਨ ਤੋਂ ਸਿੱਖਿਆ ਲਈਏ, ਅਤੇ ਵੱਧ ਤੋਂ ਵੱਧ ਸ਼ੁਭ ਕਰਮ ਕਰਕੇ ਅਤੇ ਭਜਨ ਬੰਦਗੀ ਕਰਕੇ ਆਪਣੇ ਜੀਵਨ ਨੂੰ ਲੇਖੇ ਲਾਈਏ, ਤਾਂ ਹੀ ਗੁਰੂ ਮਹਾਰਾਜ ਦੀ ਸਾਡੇ 'ਤੇ ਖੁਸ਼ੀ ਹੋਵੇਗੀ। ਫਿਰ ਹੀ ਉਹਨਾਂ ਦੇ ਦਿਨ ਮਨਾਉਣ ਦਾ ਆਨੰਦ ਹੈ ਕਿ ਜਦੋਂ ਉਹਨਾਂ ਨੂੰ ਖੁਸ਼, ਮੰਨ ਲਓ ਬੱਚਾ ਆਪਣੇ ਪਿਤਾ ਦਾ ਮਨਾ ਰਿਹਾ ਦਿਨ ਕੋਈ, ਜੇ ਬੱਚਾ ਪਿਤਾ ਦੇ ਆਖੇ ਵੀ ਲੱਗਦਾ ਤਾਂ ਦਿਨ ਮਨਾਉਣ ਦਾ ਇੱਕ ਹੋਰ ਹੀ ਆਨੰਦ ਹੈ। ਅਤੇ ਜੇ ਬੱਚਾ ਬਾਪ ਦੇ ਆਖੇ ਹੀ ਨਹੀਂ ਲੱਗਦਾ, ਜਨਮ ਦਿਨ ਮਨਾ ਰਿਹਾ, ਨਹੀਂ ਗੱਲ ਬਣਿਆ ਕਰਦੇ। ਸੋ ਗੁਰੂ ਮਹਾਰਾਜ ਦੇ ਤਾਂ ਹੀ ਖੁਸ਼ ਹੋਣਗੇ ਜਦੋਂ ਉਹਨਾਂ ਦੇ ਸਿੱਖ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਾਂ ਸ਼ਹੀਦੀ ਦਿਹਾੜਾ ਮਨਾਉਂਦੇ ਨੇ, ਅਤੇ ਨਾਲ ਉਹਨਾਂ ਦੇ ਆਖੇ ਵੀ ਲੱਗਦੇ ਹਨ। ਫਿਰ ਗੁਰੂ ਮਹਾਰਾਜ ਦੀ ਜ਼ਰੂਰ ਸਾਡੇ 'ਤੇ ਕਿਰਪਾ ਹੋਏਗੀ। ਸਾਡਾ ਲੋਕ ਪਰਲੋਕ ਕੋ ਸਵਾਰਨਗੇ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਕਿਉਂਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਸੀ, ਇਸ ਲਈ ਉਹਨਾਂ ਦਾ ਜੀਵਨ ਅਤੇ ਉਹਨਾਂ ਦੀ ਬਾਣੀ ਬਾਰੇ ਸੰਖੇਪ ਵਿਚਾਰ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।